ਹੈਲੋ ਫਰੈਂਡਸ, ਮੈਂ ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਏ ਕਰਮ ਉੱਪਰ। ਅੱਜ ਦੀ ਜੋ ਆਪਣੀ ਵੀਡੀਓ ਹੈ ਇਹ ਹੈ ਜੀ ਸਿੱਖ ਧਰਮ ਦੇ ਵਿਕਾਸ ਦਾ ਪਾਰਟ 2। ਸਿੱਖ ਧਰਮ ਦੇ ਵਿਕਾਸ ਦਾ ਜੀ ਪਾਰਟ 1 ਆਪਾਂ ਆਲਰੇਡੀ ਕਰ ਚੁੱਕੇ ਹਾਂ। ਉਸ ਦੇ ਵਿੱਚ ਜੀ ਆਪਾਂ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਜੋ 5ਵੇਂ ਗੁਰੂ ਹੋਏ ਆ ਸਿੱਖ ਧਰਮ ਦੇ ਉਹਨਾਂ ਤੱਕ ਦੀ ਜੋ ਹਿਸਟਰੀ ਸੀ, ਜੋ ਆਪਣੇ ਤੋਂ ਕੁਐਸਚਨ ਪੁੱਛੇ ਜਾ ਸਕਦੇ ਆ ਜੀ ਪੇਪਰ ਦੇ ਵਿੱਚ, ਉਹ ਸਾਰੇ ਆਪਾਂ ਉਸ ਦੇ ਵਿੱਚ ਪੜ੍ਹ ਚੁੱਕੇ ਹਾਂ, ਉਹਨਾਂ ਨੂੰ ਸਮਝ ਚੁੱਕੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ 6ਵੇਂ ਗੁਰੂ ਸਾਹਿਬ ਤੋਂ ਲੈ ਕੇ 9ਵੇਂ ਗੁਰੂ ਸਾਹਿਬ ਤੱਕ ਦੀ ਜੋ ਹਿਸਟਰੀ ਹੈ ਉਸ ਨੂੰ। ਇਸ ਦੇ ਵਿੱਚ ਜੋ ਵੀ ਇੰਪੋਰਟੈਂਟ ਟੌਪਿਕਸ ਆ ਜੀ ਜਿਨ੍ਹਾਂ ਦੇ ਵਿੱਚੋਂ ਆਪਣੇ ਤੋਂ ਪ੍ਰਸ਼ਨ ਪੁੱਟ ਕੀਤੇ ਜਾਂਦੇ ਆ, ਉਹ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਧੀਆ ਤਰੀਕੇ ਸਮਝਾਂਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਪੰਜਾਬ ਐਜੂਕੇਸ਼ਨ ਚੈਨਲ 'ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਇਸ ਦੇ ਨਾਲ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਐਪ 'ਤੇ ਵੀ ਫੋਲੋ ਕਰ ਲਓ, ਜਿੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਦੇ ਜੋ PDF ਫਾਈਲ ਹੈ ਜੀ ਉਹ ਫ੍ਰੀ ਆਫ ਕਾਸਟ ਮਿਲ ਜਾਏਗੀ। ਟੈਲੀਗ੍ਰਾਮ ਐਪ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਅਤੇ ਪਿਨ ਕਮੈਂਟ ਦੋਨੋਂ ਜਗ੍ਹਾ 'ਤੇ ਮਿਲ ਜਾਏਗਾ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਵੀਡੀਓ, ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਜੀ ਐਂਡ ਤੱਕ ਜ਼ਰੂਰ ਦੇਖਣਾ ਹੈ। ਸਭ ਤੋਂ ਪਹਿਲਾਂ ਤਾਂ ਦੇਖ ਲੈਂਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਕੀ ਜਾ ਰਹੇ ਹਾਂ। ਆਪਾਂ 4 ਗੁਰੂ ਸਾਹਿਬਾਂ ਬਾਰੇ ਪੜ੍ਹਨ ਜਾ ਰਹੇ ਹਾਂ ਜੀ, ਜਿਸ ਦੇ ਵਿੱਚ ਆਪਾਂ 6ਵੇਂ ਗੁਰੂ ਸਾਹਿਬ ਤੋਂ ਸਟਾਰਟਿੰਗ ਕਰਕੇ 9ਵੇਂ ਗੁਰੂ ਸਾਹਿਬ ਤੱਕ ਦੀ ਹਿਸਟਰੀ ਨੂੰ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ, ਜਿਨ੍ਹਾਂ ਦਾ ਸਮਾਂ ਸੀ 1606 ਤੋਂ ਲੈ ਕੇ 1645 ਈਸਵੀ ਤੱਕ ਦਾ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਜੋ 7ਵੇਂ ਗੁਰੂ ਹੁੰਦੇ ਨੇ, ਜਿਨ੍ਹਾਂ ਦਾ ਸਮਾਂ ਹੁੰਦਾ ਹੈ ਜੀ 1645 ਤੋਂ ਲੈ ਕੇ 1661 ਈਸਵੀ ਤੱਕ ਦਾ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ, ਜਿਨ੍ਹਾਂ ਦਾ ਸਮਾਂ ਹੈ ਜੀ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਦਾ। ਅਤੇ ਅੰਤ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਗੁਰੂ ਤੇਗ ਬਹਾਦਰ ਜੀ ਬਾਰੇ, ਜਿਨ੍ਹਾਂ ਦਾ ਸਮਾਂ 1664 ਤੋਂ ਲੈ ਕੇ 1675 ਈਸਵੀ ਤੱਕ ਦਾ ਆ ਜਾਂਦਾ ਹੈ। ਅੱਜ ਦੀ ਆਪਣੀ ਵੀਡੀਓ ਦੀ ਸਟਾਰਟਿੰਗ ਹੁੰਦੀ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1606 ਈਸਵੀ ਵਿੱਚ ਸਿੱਖਾਂ ਦੇ 6ਵੇਂ ਗੁਰੂ ਬਣਦੇ ਨੇ ਅਤੇ ਜਦੋਂ ਹਰਗੋਬਿੰਦ ਸਾਹਿਬ ਜੀ ਗੱਦੀ ਦੇ ਉੱਪਰ ਬੈਠਦੇ ਨੇ, ਯਾਨੀ ਕਿ ਉਹ ਗੁਰੂ ਬਣਦੇ ਨੇ, ਤਾਂ ਉਸ ਸਮੇਂ ਉਹਨਾਂ ਦੀ ਉਮਰ ਹੁੰਦੀ ਹੈ ਜੀ ਕੇਵਲ 11 ਸਾਲ ਦੀ। ਉਹ ਇੱਕ ਛੋਟੀ ਉਮਰ ਦੇ ਬਾਲਕ ਹੁੰਦੇ ਨੇ। ਜੇਕਰ ਗੱਲ ਕਰੀਏ ਆਪਾਂ ਗੁਰੂ ਸਾਹਿਬ ਦੇ ਮਾਤਾ ਪਿਤਾ ਬਾਰੇ, ਤਾਂ ਇਹਨਾਂ ਦੇ ਪਿਤਾ ਹੁੰਦੇ ਨੇ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ, ਜੋ ਸਿੱਖ ਧਰਮ ਦੇ ਜੀ 5ਵੇਂ ਗੁਰੂ ਸੀ, ਅਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਜੀ ਮਾਤਾ ਗੰਗਾ ਦੇਵੀ ਜੀ। ਆਪਾਂ ਨੇ ਲਾਸਟ ਵੀਡੀਓ ਦੇ ਵਿੱਚ ਪੜ੍ਹਿਆ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਹੋਏ ਆ ਸਿੱਖ ਧਰਮ ਦੇ। ਉਹਨਾਂ ਨੂੰ ਜਹਾਂਗੀਰ ਦੇ ਦੁਆਰਾ ਜੀ 1606 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਗਿਆ ਸੀ। ਉਸ ਸਮੇਂ ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀ ਗੁਰੂ ਬਣਨਾ ਪੈਂਦਾ ਹੈ। ਉਹ ਗੁਰਗੱਦੀ ਦੇ ਉੱਪਰ ਆ ਜਾਂਦੇ ਨੇ ਅਤੇ ਉਸ ਸਮੇਂ ਉਹਨਾਂ ਦੀ ਉਮਰ ਜੀ 11 ਸਾਲ ਹੁੰਦੀ ਹੈ। ਉਹ ਇੱਕ ਛੋਟੇ ਬਾਲਕ ਹੀ ਹੁੰਦੇ ਨੇ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਦੇ ਉੱਪਰ ਆਉਂਦੇ ਨੇ ਤਾਂ ਉਹ ਸਿੱਖ ਧਰਮ ਦੇ ਵਿੱਚ ਜੀ ਕੁਝ ਨਵੀਆਂ ਚੀਜ਼ਾਂ ਦਾ ਬਦਲਾਵ ਕਰਦੇ ਨੇ, ਕੁਝ ਨਵੇਂ ਐਡ ਔਨਸ ਕਰਦੇ ਨੇ, ਜਿਸ ਦੇ ਨਾਲ ਜੋ ਸਿੱਖ ਧਰਮ ਆ ਜੀ ਉਸਦੇ ਸਰੂਪ ਦੇ ਵਿੱਚ ਕਾਫੀ ਬਦਲਾਵ ਹੋ ਜਾਂਦੇ ਨੇ। ਇਹ ਕੀ ਹੁੰਦੇ ਆ ਜੀ, ਇਹ ਹੁਣ ਆਪਾਂ ਜਾਣਦੇ ਹਾਂ। ਜਦੋਂ ਗੁਰੂ ਸਾਹਿਬ ਜੀ ਗੱਦੀ ਦੇ ਉੱਪਰ ਬੈਠਦੇ ਨੇ ਤਾਂ ਉਸ ਸਮੇਂ ਜੋ ਗੁਰੂ ਹੁੰਦੇ ਨੇ ਉਹ ਸਿੱਖਾਂ ਨੂੰ ਜੀ ਧਾਰਮਿਕ ਸਿੱਖਿਆ ਦੇ ਨਾਲ ਹੁਣ ਸੈਨਿਕ ਸਿੱਖਿਆ ਦੇਣ ਵੱਲ ਵੀ ਵੱਧ ਧਿਆਨ ਦਿੰਦੇ ਨੇ। ਉਹ ਸਾਰੇ ਹੀ ਆਪਣੇ ਜੋ ਸਿੱਖ ਹੁੰਦੇ ਆ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਉਹ ਸਰੀਰਕ ਤਾਕਤ ਵੱਲ ਵੀ ਵੱਧ ਧਿਆਨ ਦੇਣ, ਜਿਵੇਂ ਪਹਿਲਾਂ ਉਹ ਸਿਰਫ ਅਧਿਆਤਮਿਕ ਤਾਕਤ ਵੱਲ ਵੱਧ ਧਿਆਨ ਦੇ ਰਹੇ ਸੀ। ਇਹ ਉਹਨਾਂ ਨੇ ਇਸ ਲਈ ਕੀਤਾ ਕਿਉਂਕਿ ਜੋ ਉਸ ਸਮੇਂ ਦੇ ਹਾਲਾਤ ਸੀ ਉਹ ਸਿੱਖ ਧਰਮ ਦੇ ਖਿਲਾਫ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਮੁਗਲ ਸੀ ਉਹ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕਰ ਰਹੇ ਸੀ। ਇਸ ਦੇ ਨਾਲ ਉਹ ਹੋਰ ਧਰਮਾਂ ਦੇ ਲੋਕਾਂ ਉੱਪਰ ਵੀ ਜ਼ੁਲਮ ਕਰ ਰਹੇ ਸੀ। ਇਸ ਲਈ ਇਸ ਸਮੇਂ ਜ਼ਰੂਰੀ ਸੀ ਕਿ ਆਪਣੇ ਧਰਮ ਨੂੰ ਅਤੇ ਆਪਣੇ ਆਪ ਦੀ ਰੱਖਿਆ ਕਰਨ ਲਈ ਜੋ ਸਿੱਖ ਸੀ ਉਹ ਸੈਨਿਕ ਸ਼ਕਤੀ ਵੱਲ ਧਿਆਨ ਦੇਣ। ਇਸ ਲਈ ਜੋ ਗੁਰੂ ਸਾਹਿਬ ਆ ਜੀ ਉਹਨਾਂ ਨੇ ਇੱਕ ਇਹ ਬਹੁਤ ਵੱਡਾ ਜੋ ਬਦਲਾਵ ਜਾਂ ਆਪਾਂ ਕਹਿ ਸਕਦੇ ਹਾਂ ਕਿ ਐਡ ਆਨ ਸਿੱਖ ਧਰਮ ਦੇ ਵਿੱਚ ਕੀਤਾ। ਜੇਕਰ ਗੱਲ ਕਰੀਏ ਕਿ ਜਦੋਂ ਗੁਰੂ ਸਾਹਿਬ ਗੱਦੀ ਦੇ ਉੱਪਰ ਬੈਠਦੇ ਨੇ ਤਾਂ ਉਹਨਾਂ ਨੂੰ ਵੀ ਕੋਈ ਧਾਰਮਿਕ ਅਤੇ ਸੈਨਿਕ ਸਿੱਖਿਆ ਦੇਣ ਵਾਲਾ ਵਿਅਕਤੀ ਹੋਵੇਗਾ, ਕਿਉਂਕਿ ਉਸ ਸਮੇਂ ਉਹਨਾਂ ਦੀ ਉਮਰ ਘੱਟ ਸੀ। ਤਾਂ ਉਹ ਵਿਅਕਤੀ ਸੀ ਜੀ ਬਾਬਾ ਬੁੱਢਾ ਜੀ। ਇਹ ਬਾਬਾ ਬੁੱਢਾ ਜੀ ਹੀ ਸੀ ਜਿਨ੍ਹਾਂ ਨੇ ਧਾਰਮਿਕ ਅਤੇ ਸੈਨਿਕ ਸਿੱਖਿਆ ਸੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ 2 ਤਲਵਾਰਾਂ ਧਾਰਨ ਕੀਤੀਆਂ ਸੀ, ਜਿਨ੍ਹਾਂ ਨੂੰ ਮੀਰੀ ਅਤੇ ਪੀਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋ ਮੀਰੀ ਹੈ ਜੀ ਇਹ ਸੰਸਾਰਿਕ ਕੰਮਾਂ ਦੀ, ਅਤੇ ਜੋ ਪੀਰੀ ਹੁੰਦੀ ਹੈ ਜੀ ਇਹ ਅਧਿਆਤਮਿਕ ਵਿਸ਼ਿਆਂ ਦਾ ਪ੍ਰਤੀਕ ਹੁੰਦੀ ਹੈ। ਇਹ ਤਲਵਾਰਾਂ ਗੁਰੂ ਸਾਹਿਬ ਇਸ ਲਈ ਧਾਰਨ ਕਰਦੇ ਆ ਕਿ ਉਹ ਇਹ ਚੀਜ਼ ਨੂੰ ਸ਼ੋਅ ਕਰ ਸਕਣ ਕਿ ਹੁਣ ਉਹ ਕੇਵਲ ਅਧਿਆਤਮਿਕ ਕੰਮਾਂ ਵੱਲ ਹੀ ਨਹੀਂ, ਉਹ ਸੰਸਾਰਿਕ ਕੰਮਾਂ ਵੱਲ, ਯਾਨੀ ਕਿ ਉਹ ਆਪਣੀ ਰੱਖਿਆ ਕਰਨ ਅਤੇ ਆਪਣੇ ਧਰਮ ਦੀ ਰੱਖਿਆ ਕਰਨ ਵੱਲ ਵੀ ਧਿਆਨ ਦੇਣਗੇ। ਉਹ ਇੱਕ ਸੈਨਿਕ ਸ਼ਕਤੀ ਦੇ ਰੂਪ ਵਿੱਚ ਸਾਹਮਣੇ ਆਉਣਗੇ। ਇਸ ਚੀਜ਼ ਨੂੰ ਪੇਸ਼ ਕਰਨ ਲਈ ਜੋ ਗੁਰੂ ਸਾਹਿਬ ਆ ਜੀ ਉਹ ਇਹਨਾਂ ਤਲਵਾਰਾਂ ਨੂੰ ਧਾਰਨ ਕਰਦੇ ਨੇ। ਇਸ ਤੋਂ ਇਲਾਵਾ ਜੋ ਗੁਰੂ ਸਾਹਿਬ ਆ ਜੀ ਆਪਣੇ ਪਹਿਰਾਵੇ ਦੇ ਵਿੱਚ ਵੀ ਕਈ ਬਦਲਾਵ ਕਰਦੇ ਨੇ। ਇਹ ਦੇਖ ਲੈਂਦੇ ਹਾਂ ਕੀ ਹੁੰਦਾ ਹੈ। ਜੋ ਗੁਰੂ ਸਾਹਿਬ ਆ ਜੀ ਰਾਜਿਆਂ ਵਾਂਗ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੰਦੇ ਆ। ਜਿਸ ਤਰ੍ਹਾਂ ਤੁਸੀਂ ਇਹ ਪਿਕ ਦੇ ਵਿੱਚ ਵੀ ਦੇਖ ਰਹੇ ਹੋ, ਉਹ ਇੱਕ ਰਾਜਿਆਂ ਵਾਂਗੂ ਵਸਤਰ ਪਾਉਂਦੇ ਨੇ,
इस दे नाल कुछ वो होर चीज़ां भी धारण करते हैं, जिवें हुंदा है जी कि वो कलगी लगाउणा शुरू कर दिंदे ने ते राजिਆਂ ਦੇ ਵਾਂਗੂ तख्त ਦੇ ਉੱਪਰ बैठते हैं, 2 तलवारां धारण करते हैं, जिन्हां बारे आपां गल कर ही चुके हैं, मीरी ਅਤੇ पीरी। ਇਹ ਜੋ ਸਭ ਇਹ ਗੁਰੂ ਜੀ ਬਦਲਾਵ ਕਰਦੇ ਨੇ ਜੀ ਆਪਣੀ ਦਿੱਖ ਦੇ ਵਿੱਚ, ਤਲਵਾਰਾਂ ਧਾਰਨ ਕਰਦੇ ਨੇ, ਤਖਤ ਦੇ ਉੱਪਰ ਬੈਠਦੇ ਨੇ, ਕਲਗੀ ਲਗਾਉਂਦੇ ਨੇ। ਇਹ ਸਭ ਦਾ ਮਕਸਦ ਹੁੰਦਾ ਹੈ ਜੀ ਕਿ ਸਿੱਖਾਂ ਨੂੰ ਹੁਣ ਅਧਿਆਤਮਿਕ ਸ਼ਕਤੀ ਦੇ ਨਾਲ ਨਾਲ ਆਤਮਿਕ ਰੱਖਿਆ ਦੇ ਲਈ ਵੀ ਤਿਆਰ ਕਰਨਾ, ਤਾਂ ਕਿ ਸਿੱਖ ਆਪਣੇ ਦੁਸ਼ਮਣਾਂ ਦਾ ਸਾਹਮਣਾ ਕਰ ਸਕਣ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀ ਪੰਜਾਬੀ, ਫਾਰਸੀ ਅਤੇ ਜੋ ਸੰਸਕ੍ਰਿਤ ਭਾਸ਼ਾਵਾਂ ਇਹਨਾਂ ਦਾ ਬਹੁਤ ਵਧੀਆ ਗਿਆਨ ਸੀ। ਜਦੋਂ ਗੁਰੂ ਸਾਹਿਬ ਗੱਦੀ ਦੇ ਉੱਤੇ ਬੈਠਦੇ ਨੇ, ਉਹ ਆਪਣੇ ਜੋ ਦਿੱਖ ਦੇ ਵਿੱਚ ਹੈ ਜੀ ਉਹ ਆਪਣੇ ਰਹਿਣ ਸਹਿਣ ਦੇ ਵਿੱਚ ਬਦਲਾਵ ਕਰਦੇ ਨੇ, ਤਾਂ ਉਸ ਸਮੇਂ ਜੀ ਉਹ ਸੈਨਾ ਅਤੇ ਅੰਗ ਰੱਖਿਅਕ ਰੱਖਣੇ ਵੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਹੁਣ ਸਿੱਖਾਂ ਨੂੰ ਜੀ ਸੈਨਿਕ ਸ਼ਕਤੀ ਦੇਣੀ ਸ਼ੁਰੂ ਕੀਤੀ ਜਾਂਦੀ ਹੈ। ਇਸ ਦੇ ਨਾਲ ਕੀ ਹੁੰਦਾ ਕਿ ਜੋ ਹੁਣ ਗੁਰੂ ਸਾਹਿਬ ਹੁੰਦੇ ਇਹਨਾਂ ਦੇ ਕੋਲੇ ਜੀ ਜੋ ਸੈਨਾ ਹੁੰਦੀ ਹੈ ਉਹ ਹਰ ਵੇਲੇ ਤਿਆਰ ਰਹਿੰਦੀ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿ ਜੇਕਰ ਗੁਰੂ ਸਾਹਿਬ ਦੀ ਕੁਝ ਸੈਨਾ ਹੋਏਗੀ ਤਾਂ ਉਹਨਾਂ ਦੇ ਜੀ ਕੁਝ ਨਾ ਕੁਝ ਸੈਨਾਪਤੀ ਜਾਂ ਸੈਨਾ ਨਾਇਕ ਵੀ ਹੋਣਗੇ। ਉਹ ਕਿਹੜੇ ਕਿਹੜੇ ਮੁੱਖ ਸੈਨਾ ਨਾਇਕ ਨੇ ਉਹਨਾਂ ਦੇ ਨਾਵਾਂ ਬਾਰੇ ਵੀ ਜਾਣ ਲੈਂਦੇ ਹਾਂ। ਗੁਰੂ ਸਾਹਿਬ ਦੇ ਜੀ 3 ਸੈਨਾ ਨਾਇਕਾਂ ਬਾਰੇ ਆਪਾਂ ਨੂੰ ਮੁੱਖ ਪ੍ਰਸ਼ਨ ਆ ਸਕਦੇ ਆ ਜਾਂ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਜਾਂਦੇ ਆ। ਇਹ ਹਨ ਜੀ ਭਾਈ ਬਿਧੀ ਚੰਦ ਜੀ, ਦੂਜੇ ਨੇ ਜੀ ਭਾਈ ਜੇਠਾ ਜੀ ਅਤੇ ਤੀਜਾ ਹੈ ਜੀ ਪੈਂਦੇ ਖਾਂ। ਜੋ ਸੈਨਾ ਨਾਇਕ ਪੈਂਦੇ ਖਾਂ ਹੈ ਜੀ, ਇਹ ਪਠਾਨਈ ਸੈਨਿਕ ਟੁਕੜੀ ਦਾ ਸੈਨਾ ਨਾਇਕ ਸੀ। ਜੋ ਗੁਰੂ ਸਾਹਿਬ ਆ ਜੀ ਇਹਨਾਂ ਕੋਲੇ ਸਿੱਖ ਸੈਨਿਕ ਵੀ ਸੀ ਅਤੇ ਪਠਾਨ ਸੈਨਿਕ ਵੀ ਸੀ, ਯਾਨੀ ਕਿ ਸਿੱਖ ਅਤੇ ਮੁਸਲਮਾਨ ਦੋਨੋਂ ਹੀ ਜੋ ਗੁਰੂ ਸਾਹਿਬ ਦੀ ਸੈਨਾ ਜੀ ਉਸ ਦਾ ਪਾਰਟ ਸੀ। ਜੋ ਗੁਰੂ ਸਾਹਿਬ ਆ ਜੀ ਇਹਨਾਂ ਦੇ ਦੁਆਰਾ ਹਰਿਮੰਦਰ ਸਾਹਿਬ ਦੇ ਠੀਕ ਸਾਹਮਣੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਜੋ ਤੁਸੀਂ ਇਹ ਪਿਕਚਰ ਦੇਖ ਰਹੇ ਹੋ ਜੀ, ਇਹ ਅਕਾਲ ਤਖਤ ਦੀ ਫੋਟੋ ਹੈ ਅਤੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਕਰਵਾਇਆ ਗਿਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੁਆਰਾ। ਜੋ ਅਕਾਲ ਤਖਤ ਹੈ ਜੀ, ਇਸ ਦਾ ਨਿਰਮਾਣ ਕਾਰਜ 1609 ਈਸਵੀ ਦੇ ਵਿੱਚ ਸੰਪੂਰਨ ਹੋਇਆ ਹੈ। ਇੱਥੇ ਤੁਹਾਡੇ ਸਭ ਲਈ ਜੀ ਇੱਕ ਛੋਟਾ ਜਿਹਾ ਪ੍ਰਸ਼ਨ ਹੈ, ਤੁਸੀਂ ਦੱਸਣਾ ਹੈ ਕਿ ਹਰਿਮੰਦਰ ਸਾਹਿਬ ਦਾ ਜੋ ਨਿਰਮਾਣ ਉਹ ਕਿਸ ਗੁਰੂ ਦੇ ਦੁਆਰਾ ਕਰਵਾਇਆ ਗਿਆ ਅਤੇ ਕਿੰਨੀ ਈਸਵੀ ਦੇ ਵਿੱਚ ਜੋ ਹਰਿਮੰਦਰ ਸਾਹਿਬ ਹੈ ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ ਸੀ। ਇਹ ਆਨਸਰ ਜੀ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਹੈ। ਹੁਣ ਆਪਾਂ ਵੇਖਦੇ ਹਾਂ ਜੀ ਕਿ ਜੋ ਇਹ ਅਕਾਲ ਤਖਤ ਹੈ ਇਸ ਦਾ ਪ੍ਰਯੋਗ ਕੀ ਸੀ, ਇਹ ਕਿਉਂ ਬਣਵਾਇਆ ਗਿਆ ਸੀ ਅਤੇ ਇਸ ਦੀ ਕੀ ਮਹੱਤਤਾ ਸੀ ਸਿੱਖ ਧਰਮ ਦੇ ਵਿੱਚ। ਜੇਕਰ ਗੱਲ ਕਰੀਏ ਜੀ ਆਪਾਂ ਅਕਾਲ ਤਖਤ ਦੇ ਸ਼ਾਬਦਿਕ ਅਰਥ ਦੀ, ਤਾਂ ਇਸ ਦਾ ਅਰਥ ਹੁੰਦਾ ਹੈ ਜੀ ਪਰਮਾਤਮਾ ਦਾ ਤਖਤ। ਗੁਰੂ ਸਾਹਿਬ ਇਸ ਤਖਤ ਦੇ ਉੱਪਰ ਬੈਠ ਕੇ ਜੀ ਇੱਕ ਰਾਜੇ ਦੇ ਰੂਪ ਵਿੱਚ ਇਸ ਤਖਤ ਦੇ ਉੱਪਰ ਬੈਠਦੇ ਸੀ ਅਤੇ ਇੱਥੇ ਉਹ ਜੋ ਸਿੱਖਾਂ ਨੂੰ ਜੀ ਸੈਨਿਕ ਸਿੱਖਿਆ ਦਿੰਦੇ ਸੀ, ਉਸ ਦੇ ਬਾਰੇ ਇੰਸਟਰਕਸ਼ਨਸ ਦਿੰਦੇ ਸੀ। ਇਸ ਦੇ ਨਾਲ ਕੀ ਹੈ ਜੀ ਕਿ ਗੁਰੂ ਸਾਹਿਬ ਸਿੱਖਾਂ ਨੂੰ ਹਥਿਆਰ ਵੰਡਦੇ ਸੀ ਅਤੇ ਢਾਡੀਆਂ ਦੁਆਰਾ ਜੀ ਇਸੇ ਦਰਬਾਰ ਦੇ ਵਿੱਚ ਜਿੱਥੇ ਅਕਾਲ ਤਖਤ ਬਣਿਆ ਹੋਇਆ ਸੀ, ਉਸੇ ਦਰਬਾਰ ਦੇ ਵਿੱਚ ਵੀਰ ਰਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਜਿਸ ਦੇ ਨਾਲ ਕੀ ਹੈ ਜੀ ਕਿ ਸਿੱਖਾਂ ਦਾ ਮਨੋਬਲ ਵਧਾਇਆ ਜਾ ਸਕੇ, ਉਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਤਿਆਰ ਕੀਤਾ ਜਾ ਸਕੇ। ਜੇਕਰ ਗੱਲ ਕਰੀਏ ਜੀ ਕਿ ਕਿਹੜੇ ਕਿਹੜੇ ਢਾਡੀ ਸੀ ਜੋ ਇੱਥੇ ਵਾਰਾਂ ਗਾਉਂਦੇ ਸੀ, ਵੀਰ ਰਸ ਦੀਆਂ ਵਾਰਾਂ ਗਾਉਂਦੇ ਸੀ, ਤਾਂ ਇਹ ਸੀ ਜੀ ਅਬਦੁੱਲਾ ਅਤੇ ਨੱਥਾ ਮੱਲ, ਜੋ ਗੁਰੂ ਸਾਹਿਬ ਦੇ ਦੁਆਰਾ ਜੀ ਨਿਯੁਕਤ ਕੀਤੇ ਗਏ ਸੀ। ਇਸੇ ਦਰਬਾਰ ਦੇ ਵਿੱਚ ਉਹਨਾਂ ਦੇ ਦੁਆਰਾ ਵਾਰਾਂ ਗਾਈਆਂ ਜਾਂਦੀਆਂ ਸੀ। ਜੋ ਅਕਾਲ ਤਖਤ ਆ ਜੀ, ਬੇਸਿਕਲੀ ਇਸ ਦੀ ਜੋ ਮਹੱਤਤਾ ਸੀ ਉਹ ਸੈਨਿਕ ਮਹੱਤਤਾ ਸੀ। ਜਿਵੇਂ ਕਿ ਹਰਿਮੰਦਰ ਸਾਹਿਬ ਆ ਉਹ ਪੇਸ਼ ਕਰਦਾ ਸੀ ਜੀ ਅਧਿਆਤਮਿਕ ਮਹੱਤਤਾ ਨੂੰ, ਉਸੇ ਤਰ੍ਹਾਂ ਜੋ ਅਕਾਲ ਤਖਤ ਆ ਜੀ ਇਹ ਹੁਣ ਸੈਨਿਕ ਮਹੱਤਤਾ ਨੂੰ ਪੇਸ਼ ਕਰਦਾ ਸੀ। ਇਸ ਲਈ ਅਕਾਲ ਤਖਤ ਬਣਾਇਆ ਗਿਆ ਸੀ ਤਾਂ ਕਿ ਹੁਣ ਸਿੱਖਾਂ ਦੇ ਵਿੱਚ ਸੈਨਿਕ ਸ਼ਕਤੀ ਨੂੰ ਵੀ ਵਧਾਇਆ ਜਾ ਸਕੇ, ਉਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਕੀਤਾ ਜਾ ਸਕੇ। ਜੋ ਗੁਰੂ ਹਰਗੋਬਿੰਦ ਸਾਹਿਬ ਹੈ ਜੀ, ਇਹਨਾਂ ਨੂੰ ਜਹਾਂਗੀਰ ਦੇ ਦੁਆਰਾ, ਜੋ ਕਿ ਉਸ ਸਮੇਂ ਦਾ ਮੁਗਲ ਸ਼ਾਸਕ ਸੀ, ਉਸ ਦੇ ਦੁਆਰਾ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ। ਇਹ ਕਿਉਂ ਕੀਤਾ ਜਾਂਦਾ ਹੈ, ਕੀ ਕਾਰਨ ਹੈ, ਇਸ ਸਭ ਦੇ ਬਾਰੇ ਆਪਾਂ ਨਹੀਂ ਪੜਾਂਗੇ, ਬਸ ਆਪਾਂ ਦੇਖਾਂਗੇ ਕਿ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ, ਕਿਸ ਦੇ ਦੁਆਰਾ ਕੀਤਾ ਗਿਆ ਸੀ ਅਤੇ ਰਿਹਾਈ ਕਿਸ ਤਰ੍ਹਾਂ ਹੋਈ, ਸਿਰਫ ਆਪਾਂ ਉਸ ਦੇ ਬਾਰੇ ਪੜਾਂਗੇ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਜਦੋਂ ਗੁਰੂ ਸਾਹਿਬ ਨੂੰ ਜੀ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਦੇ ਦੁਆਰਾ ਕੈਦ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਰਿਹਾ ਹੁੰਦੇ ਨੇ ਜੀ, ਉਹਨਾਂ ਨੂੰ ਰਿਹਾਈ ਹੁੰਦੀ ਹੈ ਉਹਨਾਂ ਦੀ, ਤਾਂ ਉਹ ਆਪਣੇ ਨਾਲ ਜੀ 52 ਹੋਰ ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਨਾਲ ਆਪਣੇ ਛੁਡਵਾ ਕੇ ਲੈ ਕੇ ਆਉਂਦੇ ਨੇ। ਇਸ ਲਈ ਜੋ ਗੁਰੂ ਸਾਹਿਬ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਆ, ਇਹਨਾਂ ਨੂੰ ਬੰਦੀ ਛੋੜ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਨੂੰ ਸਿੱਖ ਧਰਮ ਦੇ ਵਿੱਚ ਜੀ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜੋ ਕਿ ਬੇਸਿਕਲੀ ਦੀਵਾਲੀ ਦਾ ਦਿਨ ਹੁੰਦਾ ਹੈ। ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜੋ ਹਿੰਦੂ ਲੋਕ ਹੁੰਦੇ ਨੇ ਜੀ ਉਹ ਸ਼੍ਰੀ ਰਾਮ ਚੰਦਰ ਕਰਕੇ ਦੀਵਾਲੀ ਮਨਾਉਂਦੇ ਨੇ, ਉਸੇ ਤਰ੍ਹਾਂ ਜੋ ਸਿੱਖ ਧਰਮ ਦੇ ਲੋਕ ਹੁੰਦੇ ਨੇ ਜੀ ਉਹ ਦੀਵਾਲੀ ਮਨਾਉਂਦੇ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ, ਕਿਉਂਕਿ ਉਹਨਾਂ ਨੇ ਜੀ ਇਸ ਦਿਨ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਪਣੇ ਨਾਲ ਰਿਹਾ ਕਰਵਾਇਆ ਸੀ। ਸ਼੍ਰੀ ਹਰਗੋਬਿੰਦ ਸਾਹਿਬ ਅਤੇ ਮੁਗਲਾਂ ਦੇ ਵਿਚਕਾਰ ਜੀ ਟੋਟਲ 4 ਯੁੱਧ ਹੋਏ ਆ, ਜਿਨ੍ਹਾਂ ਦੇ ਬਾਰੇ ਹੁਣ ਆਪਾਂ ਪੜ੍ਹਾਂਗੇ। 1627 ਈਸਵੀ ਦੇ ਵਿੱਚ ਜੀ ਜਦੋਂ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ, ਤਾਂ 1628 ਈਸਵੀ ਦੇ ਵਿੱਚ ਜੋ ਨਵਾਂ ਮੁਗਲ ਸ਼ਾਸਕ ਬਣਦਾ ਹੈ ਉਹ ਹੈ ਸ਼ਾਹਜਹਾਂ, ਅਤੇ ਸ਼ਾਹਜਹਾਂ ਦੇ ਸਮੇਂ ਹੀ ਜੋ ਗੁਰੂ ਹਰਗੋਬਿੰਦ ਸਾਹਿਬ ਆ ਅਤੇ ਮੁਗਲਾਂ ਦੇ ਵਿਚਕਾਰ ਜੀ ਇਹ ਯੁੱਧ ਹੁੰਦੇ ਨੇ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਯੁੱਧਾਂ ਦੇ ਬਾਰੇ ਵੀ ਪੜ੍ਹ ਲੈਂਦੇ ਹਾਂ।
ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੇ ਯੁੱਧ ਦੀ, ਜੋ ਹੋਇਆ ਸੀ 1634 ਈਸਵੀ ਦੇ ਵਿੱਚ। ਇਸ ਦਾ ਜੋ ਕਾਰਨ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ ਜੀ ਸ਼ਾਹਜਹਾਂ ਦਾ ਇੱਕ ਬਾਜ ਜੋ ਉੱਡ ਕੇ ਸਿੱਖਾਂ ਦੇ ਕੋਲ ਆ ਗਿਆ ਸੀ ਤੇ ਸਿੱਖਾਂ ਨੇ ਉਸ ਨੂੰ ਫੜ ਲਿਆ ਸੀ। ਜਦੋਂ ਹੀ ਜੋ ਮੁਗਲ ਸਿਪਾਹੀ ਹੁੰਦੇ ਆ ਜੀ ਉਹ ਸਿੱਖਾਂ ਦੇ ਕੋਲ ਪਹੁੰਚਦੇ ਆ ਤੇ ਆਪਣੇ ਬਾਜ ਦੀ ਮੰਗ ਕਰਦੇ ਆ ਤੇ ਤਾਂ ਜੋ ਸਿੱਖ ਹੁੰਦੇ ਆ ਜੀ ਉਹ ਇਸ ਬਾਜ ਨੂੰ ਵਾਪਸ ਦੇਣ ਤੋਂ ਮਨਾ ਕਰ ਦਿੰਦੇ ਆ। ਇਹੀ ਕਾਰਨ ਬਣਦਾ ਹੈ ਜੀ ਇਸ ਲੜਾਈ ਦਾ। ਵੈਸੇ ਵੀ ਜੋ ਮੁਗਲ ਸ਼ਾਸਕ ਸ਼ਾਹਜਹਾਂ ਹੈ ਉਹ ਸਿੱਖਾਂ ਦੇ ਨਾਲ ਨਫ਼ਰਤ ਕਰਦਾ ਹੁੰਦਾ ਹੈ, ਉਸ ਨੂੰ ਸਿਰਫ ਇੱਕ ਬਹਾਨਾ ਚਾਹੀਦਾ ਹੁੰਦਾ ਹੈ ਤੇ ਇਸ ਨੂੰ ਇੱਕ ਮੌਕਾ ਲੱਗਦਾ ਹੈ ਜੀ ਆਪਣੇ ਆਪ ਨੂੰ ਸਾਬਿਤ ਕਰਨ ਦਾ ਕਿ ਉਹ ਜ਼ਿਆਦਾ ਤਾਕਤਵਰ ਹੈ। ਇਸ ਲਈ ਇਹ ਯੁੱਧ ਕੀਤਾ ਜਾਂਦਾ ਹੈ। ਇਸ ਯੁੱਧ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ 7000 ਸੈਨਿਕ ਹੁੰਦੇ ਆ ਮੁਗਲ ਸੈਨਿਕ, ਉਹ ਸਿੱਖਾਂ ਦੇ ਉੱਤੇ ਹਮਲਾ ਕਰਨ ਲਈ ਆਉਂਦੇ ਨੇ ਤੇ ਉਹਨਾਂ ਦੀ ਜੋ ਅਗਵਾਈ ਕਰ ਰਿਹਾ ਹੁੰਦਾ ਹੈ ਉਸ ਦਾ ਨਾਮ ਹੁੰਦਾ ਹੈ ਜੀ ਮੁਖਲਿਸ ਖਾਂ। ਪਰ ਜਦੋਂ ਇਹ ਯੁੱਧ ਹੁੰਦਾ ਹੈ ਜੀ 1634 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਤਾਂ ਇਸ ਯੁੱਧ ਦੇ ਵਿੱਚ ਜੋ ਸਿੱਖ ਆ ਉਹ ਜੇਤੂ ਰਹਿੰਦੇ ਨੇ ਅਤੇ ਜੋ ਮੁਗਲ ਸੈਨਿਕ ਆ ਜੀ ਉਹ ਕਈ ਮੁਗਲ ਸੈਨਿਕ ਮਾਰੇ ਜਾਂਦੇ ਆ। ਸਪੈਸ਼ਲੀ ਜੋ ਉਹਨਾਂ ਦੀ ਅਗਵਾਈ ਕਰ ਰਿਹਾ ਹੁੰਦਾ ਹੈ ਜੀ ਮੁਖਲਿਸ ਖਾਂ, ਉਹ ਵੀ ਇਸ ਯੁੱਧ ਦੇ ਵਿੱਚ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਸਿੱਖਾਂ ਦੀ ਇਸ ਪਹਿਲੇ ਯੁੱਧ ਦੇ ਵਿੱਚ ਜਿੱਤ ਹੋ ਜਾਂਦੀ ਹੈ। ਜੋ ਦੂਸਰਾ ਯੁੱਧ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਹੋਇਆ ਇਹ ਹੈ ਜੀ ਲਹਿਰਾ ਦਾ ਯੁੱਧ। ਇਹ ਵੀ 1634 ਈਸਵੀ ਦੇ ਵਿੱਚ ਹੀ ਹੋਇਆ ਸੀ ਅਤੇ ਇਸ ਯੁੱਧ ਦਾ ਕਾਰਨ ਸੀ ਜੀ ਦੋ ਘੋੜੇ ਜਿਨ੍ਹਾਂ ਦਾ ਨਾਮ ਸੀ ਗੁਲਬਾਗ ਅਤੇ ਦਿਲਬਾਗ। ਇੱਥੇ ਹੁੰਦਾ ਕੀ ਹੈ ਜੀ ਕਿ ਜੋ ਗੁਰੂ ਸਾਹਿਬ ਦੇ ਦੋ ਮਸੰਦ ਹੁੰਦੇ ਨੇ ਜਿਨ੍ਹਾਂ ਦਾ ਵਿੱਚੋਂ ਇੱਕ ਦਾ ਨਾਮ ਹੁੰਦਾ ਹੈ ਜੀ ਬਖਤਮਲ ਅਤੇ ਦੂਸਰਾ ਹੁੰਦਾ ਹੈ ਤਾਰਾ ਚੰਦ। ਉਹ ਕਾਬਲ ਤੋਂ ਗੁਰੂ ਸਾਹਿਬ ਦੇ ਲਈ ਜੀ ਦੋ ਘੋੜੇ ਖਰੀਦ ਕੇ ਲਿਆ ਰਹੇ ਹੁੰਦੇ ਨੇ ਤਾਂ ਕਿ ਉਹ ਗੁਰੂ ਸਾਹਿਬ ਨੂੰ ਉਹ ਘੋੜੇ ਭੇਟ ਕਰ ਸਕਣ। ਪਰ ਮੁਗਲ ਜੀ ਜਿਹੜੇ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਹੁੰਦੇ ਨੇ ਤੇ ਆਪਣੀ ਅੰਮ੍ਰਿਤਸਰ ਦੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਹੁੰਦੇ ਨੇ, ਉਹ ਇਹ ਘੋੜਿਆਂ ਨੂੰ ਜੀ ਖੋਹ ਲੈਂਦੇ ਨੇ ਇਹਨਾਂ ਮਸੰਦਾਂ ਦੇ ਉੱਪਰ ਹਮਲਾ ਕਰਕੇ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜਦੋਂ ਗੁਰੂ ਸਾਹਿਬ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਜੋ ਇੱਕ ਸਿੱਖ ਸੈਨਾ ਨਾਇਕ ਹੁੰਦਾ ਜੀ ਜਿਸ ਦਾ ਨਾਮ ਹੈ ਭਾਈ ਬਿਧੀ ਚੰਦ, ਉਹ ਇਸ ਚੀਜ਼ ਦਾ ਜ਼ਿੰਮਾ ਲੈਂਦਾ ਹੈ ਕਿ ਉਹ ਘੋੜਿਆਂ ਨੂੰ ਵਾਪਸ ਲੈ ਆਏਗਾ। ਅਤੇ ਜੋ ਬਿਧੀ ਚੰਦ ਹੁੰਦਾ ਹੈ ਜੀ ਉਹ ਭੇਸ ਬਦਲ ਕੇ ਜਾਂਦੇ ਨੇ ਮੁਗਲ ਅਸਤਬਲ ਦੇ ਵਿੱਚ, ਜਿੱਥੇ ਸਾਰੇ ਘੋੜੇ ਰੱਖੇ ਹੁੰਦੇ ਆ ਜੀ ਉਸ ਨੂੰ ਅਸਤਬਲ ਕਹਿੰਦੇ ਨੇ, ਅਤੇ ਉੱਥੇ ਉਹ ਦੋਨੇ ਘੋੜਿਆਂ ਨੂੰ ਚੋਰੀ ਕਰਕੇ ਗੁਰੂ ਸਾਹਿਬ ਦੇ ਕੋਲੇ ਵਾਪਸ ਲੈ ਆਉਂਦੇ ਨੇ। ਜਦੋਂ ਇਸ ਅਸਤਬਲ ਵਾਲੀ ਘਟਨਾ ਦਾ ਪਤਾ ਲੱਗਦਾ ਹੈ ਜੀ ਸ਼ਾਹਜਹਾਂ ਨੂੰ ਤਾਂ ਉਹ ਬਹੁਤ ਬੁਰੀ ਤਰ੍ਹਾਂ ਬੌਖਲਾ ਜਾਂਦਾ ਹੈ ਅਤੇ ਉਹ ਕੀ ਹੈ ਜੀ ਆਪਣੀ ਮੁਗਲ ਸੈਨਾ ਨੂੰ ਭੇਜ ਦਿੰਦਾ ਹੈ ਸਿੱਖਾਂ ਦੇ ਉੱਪਰ ਹਮਲਾ ਕਰਨ ਲਈ। ਇੱਥੇ ਹੁੰਦਾ ਹੈ ਜੀ ਕਿ ਲਹਿਰਾ ਦੇ ਸਥਾਨ 'ਤੇ ਯੁੱਧ ਹੁੰਦਾ ਹੈ ਅਤੇ ਜੋ ਮੁਗਲ ਸੈਨਾ ਹੈ ਇਸ ਦੀ ਅਗਵਾਈ ਕੀਤੀ ਜਾਂਦੀ ਹੈ ਜੀ ਲਾਲ ਬੇਗ ਅਤੇ ਕਬਰ ਬੇਗ ਦੇ ਦੁਆਰਾ, ਅਤੇ ਉਹ ਸਿੱਖਾਂ ਦੇ ਉੱਪਰ ਹਮਲਾ ਕਰ ਦਿੰਦੇ ਆ। ਪਰ ਇਸ ਯੁੱਧ ਦੇ ਵਿੱਚ ਵੀ ਜੋ ਮੁਗਲ ਆ ਜੀ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੁੰਦੀ ਹੈ ਅਤੇ ਜੋ ਲਾਲ ਬੇਗ ਅਤੇ ਕਬਰ ਬੇਗ ਇਹ ਦੋਨੋਂ ਜੀ ਮੁਗਲ ਸੈਨਾ ਦੀ ਅਗਵਾਈ ਕਰ ਰਹੇ ਹੁੰਦੇ ਆ, ਇਹ ਦੋਨੋਂ ਇਸ ਯੁੱਧ ਦੇ ਵਿੱਚ ਮਾਰੇ ਜਾਂਦੇ ਨੇ ਅਤੇ ਕਈ ਸਿੱਖ ਸੈਨਿਕ ਅਤੇ ਸੈਨਾ ਨਾਇਕ ਭਾਈ ਜੇਠਾ ਜੀ ਵੀ ਇਸ ਯੁੱਧ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਹੁਣ ਆਪਾਂ ਪੜ੍ਹਦੇ ਹਾਂ ਜੀ ਮੁਗਲਾਂ ਅਤੇ ਸਿੱਖਾਂ ਦੇ ਵਿਚਕਾਰ ਹੋਏ ਤੀਸਰੇ ਯੁੱਧ ਬਾਰੇ, ਜੋ ਕਿ ਹੋਇਆ ਸੀ ਜੀ ਕਰਤਾਰਪੁਰ ਦਾ ਯੁੱਧ 1635 ਈਸਵੀ ਦੇ ਵਿੱਚ। ਜੋ ਪਹਿਲੀਆਂ ਦੋ ਲੜਾਈਆਂ ਹੋਈਆਂ ਜੀ ਇਹ ਹੋਈਆਂ 1634 ਦੇ ਵਿੱਚ ਅਤੇ ਜੋ ਦੋ ਐਂਡ ਵਾਲੀਆਂ ਲੜਾਈਆਂ ਹੋਈਆਂ ਤੀਜੇ ਅਤੇ ਚੌਥੀ ਲੜਾਈ ਜਾਂ ਯੁੱਧ ਕਹਿ ਸਕਦੇ ਹਾਂ ਉਹ ਹੋਇਆ ਜੀ 1635 ਈਸਵੀ ਦੇ ਵਿੱਚ। ਜੋ ਕਰਤਾਰਪੁਰ ਦਾ ਯੁੱਧ ਹੈ ਜੀ 1635 ਈਸਵੀ ਵਾਲਾ, ਇਸ ਦਾ ਜੋ ਕਾਰਨ ਸੀ ਉਹ ਸੀ ਜੋ ਸਿੱਖ ਸੈਨਾ ਨਾਇਕ ਸੀ ਜੀ ਪੈਂਦਾ ਖਾਂ, ਉਸ ਦਾ ਮੁਗਲਾਂ ਦੇ ਨਾਲ ਜਾ ਕੇ ਮਿਲ ਜਾਣਾ। ਉਹ ਗੁਰੂ ਸਾਹਿਬ ਦੇ ਵਿਰੁੱਧ ਹੋ ਗਿਆ ਸੀ। ਸ਼ੁਰੂ ਦੇ ਵਿੱਚ ਆਪਾਂ ਦੇਖਿਆ ਕਿ ਜੋ ਪੈਂਦਾ ਖਾਂ ਜੀ ਉਹ ਪਠਾਣੀ ਸੈਨਾ ਦਾ ਸੈਨਾ ਨਾਇਕ ਸੀ ਜੋ ਸਿੱਖਾਂ ਦੀ ਸੈਨਾ ਦੇ ਵਿੱਚ ਇੱਕ ਟੁਕੜੀ ਸੀ। ਪਰ ਬਾਅਦ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਪੈਂਦਾ ਖਾਂ ਹੁੰਦਾ ਹੈ ਇਸ ਦੀ ਗੁਰੂ ਸਾਹਿਬ ਨਾਲ ਕੁਝ ਅਣਬਣ ਹੋ ਜਾਂਦੀ ਹੈ, ਠੀਕ ਹੈ, ਅਤੇ ਉਹ ਕੀ ਹੈ ਉਹ ਦੁਸ਼ਮਣਾਂ ਦਾ ਸਾਥ ਦੇਣ ਲੱਗ ਜਾਂਦਾ ਹੈ, ਯਾਨੀ ਕਿ ਉਹ ਮੁਗਲਾਂ ਦੀ ਸੈਨਾ ਦਾ ਸਹਾਇਤਾ ਕਰਨ ਲੱਗ ਜਾਂਦਾ ਹੈ। ਇਸ ਯੁੱਧ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜਦੋਂ ਮੁਗਲ ਸੈਨਾ ਸਿੱਖਾਂ ਦੇ ਉੱਪਰ ਹਮਲਾ ਕਰਦੀ ਹੈ ਅਤੇ ਕਈ ਹੋਰ ਸੈਨਾ ਨਾਇਕਾਂ ਦੇ ਨਾਲ ਜੋ ਪੈਂਦਾ ਖਾਂ ਹੁੰਦਾ ਹੈ ਇਹ ਵੀ ਜੀ ਸਿੱਖ ਸੈਨਾ ਦੇ ਵਿਰੁੱਧ ਯੁੱਧ ਕਰਦਾ ਹੈ। ਪਰ ਇਸ ਯੁੱਧ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਗੁਰੂ ਹਰਗੋਬਿੰਦ ਸਾਹਿਬ ਆ ਉਹ ਖੁਦ ਅਤੇ ਉਹਨਾਂ ਦੇ ਪੁੱਤਰ ਬਾਬਾ ਗੁਰਦਿੱਤਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਿੰਨੋਂ ਇਸ ਯੁੱਧ ਦੇ ਵਿੱਚ ਸ਼ਾਮਲ ਹੁੰਦੇ ਨੇ। ਉਹ ਬਹੁਤ ਹੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕਰਦੇ ਨੇ ਅਤੇ ਇਸ ਯੁੱਧ ਦੇ ਵਿੱਚ ਜੋ ਸਿੱਖ ਹੈ ਜੀ ਇਹ ਜੇਤੂ ਰਹਿੰਦੇ ਨੇ। ਅਤੇ ਇਸ ਯੁੱਧ ਦੇ ਵਿੱਚ ਜੋ ਪੈਂਦੇ ਖਾਂ ਹੁੰਦਾ ਹੈ ਜੀ ਕਾਲੇ ਖਾਂ ਅਤੇ ਕੁਤਬ ਖਾਂ, ਇਹੋ ਜਿਹੇ ਜੋ ਮੁਗਲ ਸੈਨਾ ਨਾਇਕ ਹੁੰਦੇ ਆ ਉਹ ਇਸ ਯੁੱਧ ਦੇ ਵਿੱਚ ਮਾਰੇ ਜਾਂਦੇ ਆ। ਇਸ ਤਰ੍ਹਾਂ ਜੀ ਜੋ ਮੁਗਲ ਹੁੰਦੇ ਆ ਉਹਨਾਂ ਦੀ ਇਸ ਤੀਸਰੇ ਯੁੱਧ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਹਾਰ ਹੁੰਦੀ ਹੈ ਅਤੇ ਸਿੱਖਾਂ ਦੀ ਇੱਕ ਬਹੁਤ ਵਧੀਆ ਜਿੱਤ ਬਣ ਜਾਂਦੀ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਮੁਗਲਾਂ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਹੋਏ ਆਖਰੀ ਯੁੱਧ ਬਾਰੇ, ਜੋ ਕਿ ਹੁੰਦਾ ਹੈ ਜੀ ਫਗਵਾੜਾ ਦਾ ਯੁੱਧ 1635 ਈਸਵੀ ਦੇ ਵਿੱਚ। ਇਹ ਗੁਰੂ ਸਾਹਿਬ ਅਤੇ ਮੁਗਲਾਂ ਦੇ ਵਿਚਕਾਰ ਹੋਇਆ ਜੀ ਚੌਥਾ ਅਤੇ ਆਖਰੀ ਯੁੱਧ ਹੁੰਦਾ ਹੈ। ਇਸ ਯੁੱਧ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਸਿੱਖ ਹੁੰਦੇ ਨੇ ਉਹ ਸ਼ਾਂਤੀ ਦੇ ਨਾਲ ਰਹਿ ਰਹੇ ਹੁੰਦੇ ਨੇ, ਪਰ ਜੋ ਮੁਗਲ ਹੁੰਦੇ ਨੇ ਉਹ ਆਪਣੀਆਂ ਪੁਰਾਣੀਆਂ ਹਾਰਾਂ ਦਾ ਬਦਲਾ ਲੈਣ ਲਈ ਉਹ ਸਿੱਖਾਂ ਦੇ ਉੱਪਰ ਹਮਲਾ ਕਰ ਦਿੰਦੇ ਨੇ। ਵੈਸੇ ਇਸ ਯੁੱਧ ਦੇ ਪਿੱਛੇ ਹੋਰ ਕੋਈ ਵੀ ਤਤਕਾਲੀ ਕਾਰਨ ਨਹੀਂ ਹੁੰਦਾ। ਪਹਿਲਾਂ ਦੇ ਤਿੰਨ ਯੁੱਧਾਂ ਵਾਂਗੂ ਜੀ ਇਸ ਚੌਥੇ ਯੁੱਧ ਦੇ ਵਿੱਚ ਵੀ ਜੋ ਗੁਰੂ ਸਾਹਿਬ ਹੁੰਦੇ ਆ ਜੀ ਇਹਨਾਂ ਦੀ ਜਿੱਤ ਹੁੰਦੀ ਹੈ ਅਤੇ ਜੋ ਮੁਗਲ ਸੈਨਾ ਹੁੰਦੀ ਹੈ ਜੀ ਉਹਨਾਂ ਦੀ ਇਸ ਯੁੱਧ ਦੇ ਵਿੱਚ
ਹਾਰ ਹੁੰਦੀ ਹੈ। ਕਈ ਸਿੱਖ ਸੈਨਿਕ ਅਤੇ ਮੁਗਲ ਸੈਨਿਕ ਜੀ ਇਸ ਯੁੱਧ ਦੇ ਵਿੱਚ ਮਾਰੇ ਜਾਂਦੇ ਨੇ। ਜੋ ਸਿੱਖ ਸੈਨਿਕ ਜੀ ਇਸ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚੋਂ ਜੋ ਦੋ ਮੁੱਖ ਆ ਜਿਨ੍ਹਾਂ ਦੇ ਬਾਰੇ ਆਪਣੇ ਤੋਂ ਕਈ ਵਾਰ ਪ੍ਰਸ਼ਨ ਪੁੱਛ ਲਏ ਜਾਂਦੇ ਨੇ, ਉਹ ਹੈ ਜੀ ਭਾਈ ਦਾਸਾ ਜੀ ਅਤੇ ਭਾਈ ਸੁਹੇਲਾ ਅਲਮਸਤ ਜੀ। ਇਹ ਦੋ ਸ਼ਹੀਦ ਹੋਏ ਆ ਜੀ ਸਿੱਖ ਇਸ ਯੁੱਧ ਦੇ ਵਿੱਚ। ਇਹ ਆਖਰੀ ਯੁੱਧ ਹੁੰਦਾ ਹੈ ਜੀ ਸ਼੍ਰੀ ਹਰਗੋਬਿੰਦ ਸਾਹਿਬ ਅਤੇ ਮੁਗਲਾਂ ਦੇ ਵਿਚਕਾਰ। ਇਸ ਤੋਂ ਬਾਅਦ ਕੋਈ ਵੀ ਗੁਰੂ ਸਾਹਿਬ ਅਤੇ ਮੁਗਲਾਂ ਦੇ ਵਿਚਕਾਰ ਯੁੱਧ ਨਹੀਂ ਹੋਇਆ ਸੀ। ਜੋ ਸ਼੍ਰੀ ਹਰਗੋਬਿੰਦ ਸਾਹਿਬ ਆ ਜੀ, ਇਹ 1645 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਅਤੇ ਉਹ ਆਪਣੇ ਜੋਤੀ ਜੋਤ ਸਮਾਉਣ ਸਮੇਂ ਜੋ ਆਪਣਾ ਉੱਤਰਾਧਿਕਾਰੀ ਚੁਣਦੇ ਨੇ, ਯਾਨੀ ਕਿ ਜੋ ਸਿੱਖ ਧਰਮ ਦੇ 7ਵਾਂ ਗੁਰੂ ਚੁਣਦੇ ਨੇ, ਉਹ ਚਾਹੁੰਦੇ ਨੇ ਜੀ ਗੁਰੂ ਹਰਰਾਏ ਸਾਹਿਬ ਜੀ ਨੂੰ। ਹੁਣ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਦੇ ਹਾਂ ਜੀ ਗੁਰੂ ਹਰਰਾਏ ਸਾਹਿਬ ਜੀ ਬਾਰੇ। ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਸਿੱਖ ਧਰਮ ਦੇ 7ਵੇਂ ਗੁਰੂ ਸਾਹਿਬ ਬਾਰੇ, ਜੋ ਕਿ ਨੇ ਜੀ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ। ਉਸ ਤੋਂ ਪਹਿਲਾਂ ਜੀ ਜੇਕਰ ਅਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ। ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਨੇ ਜੀ ਜੋ ਸਾਰੀ ਵੀਡੀਓਜ਼ ਜ਼ਰੂਰ ਦੇਖਦੇ ਨੇ ਪਰ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਪਲੀਜ਼ ਸਬਸਕ੍ਰਾਈਬ ਕਰ ਲਓ ਜੀ, ਇਹ ਫ੍ਰੀ ਹੈ, ਇਸ ਦਾ ਕੋਈ ਵੀ ਤੁਹਾਡਾ ਪੈਸਾ ਨਹੀਂ ਲੱਗਣ ਵਾਲਾ। ਹੁਣ ਆਪਾਂ ਆ ਜਾਂਦੇ ਹਾਂ ਜੀ ਆਪਣੇ ਟੌਪਿਕ 'ਤੇ। ਜੋ ਸ਼੍ਰੀ ਗੁਰੂ ਹਰਰਾਏ ਸਾਹਿਬ ਆ ਜੀ, ਇਹ 1645 ਈਸਵੀ ਵਿੱਚ ਸਿੱਖਾਂ ਦੇ 7ਵੇਂ ਗੁਰੂ ਬਣਦੇ ਨੇ। ਜੇਕਰ ਗੱਲ ਕਰੀਏ ਜੀ ਇਹਨਾਂ ਦੇ ਜਨਮ ਸਥਾਨ ਅਤੇ ਜਨਮ ਸਮੇਂ ਬਾਰੇ, ਤਾਂ ਇਹਨਾਂ ਦਾ ਜਨਮ ਹੁੰਦਾ ਹੈ ਜੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ। ਇਹਨਾਂ ਦੇ ਮਾਤਾ ਪਿਤਾ ਬਾਰੇ ਦੇਖ ਲੈਂਦੇ ਹਾਂ ਜੀ। ਇਹਨਾਂ ਦੇ ਜੋ ਮਾਤਾ ਜੀ ਆ ਉਹਨਾਂ ਦਾ ਨਾਮ ਹੁੰਦਾ ਹੈ ਜੀ ਨਿਹਾਲ ਕੌਰ ਜੀ, ਅਤੇ ਜੋ ਇਹਨਾਂ ਦੇ ਪਿਤਾ ਸੀ ਜੀ ਉਹਨਾਂ ਦਾ ਨਾਮ ਸੀ ਬਾਬਾ ਗੁਰਦੱਤਾ ਜੀ। ਗੁਰੂ ਸਾਹਿਬ ਦੇ ਘਰ ਜੀ 2 ਪੁੱਤਰ ਹੋਏ ਨੇ। ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੁੰਦਾ ਹੈ ਜੀ ਰਾਮ ਰਾਏ ਅਤੇ ਦੂਸਰੇ ਹੁੰਦੇ ਨੇ ਜੀ ਹਰਕ੍ਰਿਸ਼ਨ ਜੀ। ਜੋ ਗੁਰੂ ਸਾਹਿਬ ਹੈ ਜੀ, ਇਹਨਾਂ ਦਾ ਜੋ ਗੁਰੂ ਕਾਲ ਦਾ ਸਮਾਂ ਹੈ, ਜਿੰਨਾ ਟਾਈਮ ਇਹ ਗੁਰਗੱਦੀ ਦੇ ਉੱਪਰ ਰਹਿੰਦੇ ਨੇ, ਇਹ ਰਹਿੰਦੇ ਨੇ ਜੀ 1645 ਤੋਂ ਲੈ ਕੇ 1661 ਈਸਵੀ ਤੱਕ। ਅਤੇ ਇਸ ਸਮੇਂ ਦੇ ਵਿੱਚ ਜੋ ਗੁਰੂ ਸਾਹਿਬ ਹੁੰਦੇ ਆ ਜੀ, ਇਹ ਜ਼ਿਆਦਾਤਰ ਕੀਰਤਪੁਰ ਸਾਹਿਬ ਦੇ ਵਿੱਚ ਹੀ ਨਿਵਾਸ ਕਰਦੇ ਨੇ। ਉਹਨਾਂ ਦੇ ਦੁਆਰਾ ਜੀ ਧਰਮ ਦਾ ਪ੍ਰਚਾਰ ਕਰਨ ਦੇ ਲਈ ਕੁਝ ਪ੍ਰਚਾਰਕ ਵੀ ਨਿਯੁਕਤ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਨਾਮ ਬਾਰੇ ਕਈ ਵਾਰ ਪ੍ਰਸ਼ਨ ਆ ਸਕਦੇ ਨੇ, ਅਤੇ ਇਹਨਾਂ ਦੇ ਆਪਾਂ ਨਾਮ ਵੇਖ ਲੈਂਦੇ ਹਾਂ। ਇਹਨਾਂ ਦੇ ਵਿੱਚ ਜੀ ਮੁੱਖ 3 ਵਿਅਕਤੀ ਆ ਜਾਂਦੇ ਨੇ। ਪਹਿਲਾ ਹੈ ਜੀ ਭਗਤ ਭਗਵਾਨ, ਦੂਸਰਾ ਹੈ ਜੀ ਭਾਈ ਫੇਰੂਮਲ ਅਤੇ ਤੀਸਰਾ ਹੁੰਦਾ ਹੈ ਜੀ ਭਾਈ ਗੋਂਦਾ ਜੀ। ਇਹ ਤਿੰਨੋਂ ਵਿਅਕਤੀ ਸੀ ਜਿਨ੍ਹਾਂ ਦੀ ਜੋ ਨਿਯੁਕਤੀ ਹੈ ਜੀ ਇਹ ਗੁਰੂ ਸਾਹਿਬ ਦੇ ਦੁਆਰਾ ਕੀਤੀ ਗਈ ਸੀ, ਤਾਂ ਕਿ ਸਿੱਖ ਧਰਮ ਦਾ ਜੋ ਪ੍ਰਚਾਰ ਆ ਉਹ ਦੂਰ ਦੂਰ ਤੱਕ ਕੀਤਾ ਜਾ ਸਕੇ ਅਤੇ ਜੋ ਗੁਰੂ ਦੀਆਂ ਸਿੱਖਿਆਵਾਂ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਗੁਰੂ ਸਾਹਿਬ ਜੀ ਦੇ ਦੁਆਰਾ ਆਪਣਾ ਇੱਕ ਜੋ ਧਰਮ ਪ੍ਰਚਾਰਕ ਹੈ ਜੀ, ਜਿਨ੍ਹਾਂ ਦਾ ਨਾਮ ਸੀ ਭਾਈ ਗੋਂਦਾ ਜੀ, ਉਹਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਜੀ ਕਾਬਲ ਭੇਜਿਆ ਜਾਂਦਾ ਹੈ। ਯਾਨੀ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਆਪਣੇ ਪ੍ਰਚਾਰਕ ਭੇਜੇ ਜਾਂਦੇ ਨੇ ਗੁਰੂ ਸਾਹਿਬ ਦੇ ਦੁਆਰਾ, ਤਾਂ ਕਿ ਜੋ ਸਿੱਖ ਧਰਮ ਹੈ ਜੀ ਇਹਨਾਂ ਦਾ ਜੋ ਪ੍ਰਚਾਰ ਹੈ ਉਹ ਹਰ ਜਗ੍ਹਾ 'ਤੇ ਕੀਤਾ ਜਾ ਸਕੇ। ਜੋ ਸ਼ਾਹਜਹਾਂ ਦਾ ਪੁੱਤਰ ਹੁੰਦਾ ਹੈ ਜੀ, ਜਿਸ ਦਾ ਨਾਮ ਸੀ ਦਾਰਾ ਸ਼ਿਕੋ, ਉਹ ਵੀ ਕਈ ਵਾਰ ਗੁਰੂ ਹਰਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਸੀ। ਪਰ ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਜੀ ਗੱਦੀ ਦੇ ਉੱਪਰ ਆ ਜਾਂਦਾ ਹੈ ਸ਼ਾਹਜਹਾਂ ਤੋਂ ਬਾਅਦ, ਜਦੋਂ ਉਹ ਸ਼ਾਸਕ ਬਣ ਜਾਂਦਾ ਹੈ, ਤਾਂ ਉਹ ਗੁਰੂ ਹਰਰਾਏ ਸਾਹਿਬ ਨੂੰ ਜੀ ਦਿੱਲੀ ਵਿੱਚ ਬੁਲਾਉਂਦਾ ਹੈ ਉਹਨਾਂ ਨੂੰ ਮਿਲਣ ਲਈ। ਪਰ ਇੱਥੇ ਕੀ ਹੁੰਦਾ ਹੈ ਜੀ ਕਿ ਜੋ ਗੁਰੂ ਹਰਰਾਏ ਸਾਹਿਬ ਹੁੰਦੇ ਆ ਉਹ ਖੁਦ ਦਿੱਲੀ ਨਹੀਂ ਜਾਂਦੇ ਅਤੇ ਉਹ ਆਪਣੇ ਪੁੱਤਰ ਰਾਮ ਰਾਏ ਨੂੰ ਭੇਜ ਦਿੰਦੇ ਨੇ। ਇੱਥੇ ਇਹ ਘਟਨਾ ਹੁੰਦੀ ਹੈ ਜੀ ਕਿ ਜੋ ਗੁਰੂ ਸਾਹਿਬ ਦਾ ਪੁੱਤਰ ਰਾਮ ਰਾਏ ਹੁੰਦਾ ਹੈ, ਉਹ ਔਰੰਗਜ਼ੇਬ ਦੇ ਡਰ ਤੋਂ ਉਸ ਨੂੰ ਖੁਸ਼ ਕਰਨ ਦੇ ਲਈ ਜੋ ਗੁਰਬਾਣੀ ਦੀਆਂ ਤੁਕਾਂ ਹੁੰਦੀਆਂ ਜੀ ਉਹਨਾਂ ਦਾ ਗਲਤ ਉਚਾਰਨ ਕਰ ਦਿੰਦਾ ਹੈ, ਤਾਂ ਕਿ ਜੋ ਔਰੰਗਜ਼ੇਬ ਹੈ ਉਹ ਖੁਸ਼ ਹੋ ਸਕੇ। ਪਰ ਜਦੋਂ ਇਹ ਸਾਰੀ ਘਟਨਾ ਦਾ ਗੁਰੂ ਹਰਰਾਏ ਸਾਹਿਬ ਨੂੰ ਪਤਾ ਲੱਗਦਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਜੀ ਨਿਰਾਸ਼ ਹੁੰਦੇ ਨੇ ਆਪਣੇ ਪੁੱਤਰ ਤੋਂ, ਅਤੇ ਉਹ ਆਪਣੇ ਇਸ ਪੁੱਤਰ ਨੂੰ ਜੀ ਗੁਰਗੱਦੀ ਦੇਣ ਤੋਂ ਆਪਣਾ ਮਨ ਬਦਲ ਲੈਂਦੇ ਨੇ। ਇਸ ਲਈ ਜਦੋਂ ਗੁਰੂ ਹਰਰਾਏ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ ਤਾਂ ਉਹ ਆਪਣੇ 4 ਸਾਲ ਦੇ ਬਾਲਕ, ਜਿਨ੍ਹਾਂ ਦਾ ਨਾਮ ਹੁੰਦਾ ਹੈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਉਹਨਾਂ ਨੂੰ ਅਗਲਾ ਗੁਰੂ ਚਾਹੁੰਦੇ ਨੇ। ਗੁਰੂ ਸਾਹਿਬ 1661 ਈਸਵੀ ਦੇ ਵਿੱਚ ਜੀ ਜੋਤੀ ਜੋਤ ਸਮਾ ਜਾਂਦੇ ਨੇ। ਹੁਣ ਨੈਕਸਟ ਸਲਾਈਡ ਦੇ ਵਿੱਚ ਪੜ੍ਹਾਂਗੇ ਆਪਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਬਾਰੇ। ਗੁਰੂ ਹਰਰਾਏ ਸਾਹਿਬ ਜੀ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਜਾਣਦੇ ਹਾਂ ਜੀ ਸਿੱਖ ਧਰਮ ਦੇ 8ਵੇਂ ਗੁਰੂ ਸਾਹਿਬ ਬਾਰੇ, ਜੋ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਣਦੇ ਨੇ। ਜੋ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੈ ਜੀ, ਇਹ 1661 ਈਸਵੀ ਦੇ ਵਿੱਚ ਸਿੱਖ ਧਰਮ ਦੇ 8ਵੇਂ ਗੁਰੂ ਬਣੇ ਅਤੇ ਇਹ ਜੀ ਬਾਲ ਗੁਰੂ ਦੇ ਨਾਮ ਨਾਲ ਮਸ਼ਹੂਰ ਹੋਏ। ਬਾਲ ਗੁਰੂ ਇਹਨਾਂ ਨੂੰ ਕਿਹਾ ਜਾਂਦਾ ਸੀ ਕਿਉਂਕਿ ਇਹ ਕੇਵਲ 4 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਬਣ ਗਏ ਸੀ, ਇਸੇ ਲਈ ਜੀ ਇਹਨਾਂ ਨੂੰ ਬਾਲ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੋ ਗੁਰੂ ਸਾਹਿਬ ਆ ਜੀ, ਇਹਨਾਂ ਦਾ ਜਨਮ ਹੋਇਆ ਸੀ 1656 ਈਸਵੀ ਦੇ ਵਿੱਚ ਕੀਰਤਪੁਰ ਸਾਹਿਬ ਦੇ ਸਥਾਨ 'ਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇੱਕ ਵਾਰ ਦਿੱਲੀ ਜਾਂਦੇ ਨੇ, ਤਾਂ ਉਸ ਸਮੇਂ ਕੀ ਹੁੰਦਾ ਹੈ ਜੀ, ਉਹ ਦਿੱਲੀ ਦੇ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਰੁਕਦੇ ਨੇ। ਇਸੇ ਸਥਾਨ ਦੇ ਉੱਪਰ ਜੀ ਹੁਣ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਬਣਿਆ ਹੋਇਆ ਹੈ। ਇਸ ਸਮੇਂ ਜੀ ਦਿੱਲੀ ਦੇ ਵਿੱਚ ਇੱਕ ਬਿਮਾਰੀ ਫੈਲ ਗਈ ਸੀ ਜੋ ਚੇਚਕ ਦੀ ਬਿਮਾਰੀ ਸੀ,
ਅਤੇ ਜਦੋਂ ਗੁਰੂ ਸਾਹਿਬ ਜੀ ਦਿੱਲੀ ਦੇ ਵਿੱਚ ਜਾਂਦੇ ਨੇ, ਇਹ ਬਿਮਾਰੀ ਫੈਲੀ ਹੋਈ ਹੁੰਦੀ ਹੈ, ਤਾਂ ਉਹ ਜੀ ਮਨੁੱਖਤਾ ਦੇ ਭਲੇ ਦੇ ਲਈ ਲੋਕਾਂ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਨੇ। ਉਹ ਜੋ ਵੀ ਬਿਮਾਰ ਹੁੰਦੇ ਨੇ, ਜੋ ਇਸ ਬਿਮਾਰੀ ਨਾਲ ਗ੍ਰਸਤ ਹੁੰਦੇ ਨੇ, ਉਹਨਾਂ ਦੀ ਜੀ ਦੇਖਭਾਲ ਕਰਨ ਦੇ ਵਿੱਚ ਲੱਗ ਜਾਂਦੇ ਨੇ। ਅਤੇ ਇਸੇ ਸਮੇਂ ਦੇ ਦੌਰਾਨ ਕੀ ਹੁੰਦਾ ਹੈ ਜੀ ਕਿ ਗੁਰੂ ਸਾਹਿਬ ਨੂੰ ਖੁਦ ਜੋ ਇਹ ਚੇਚਕ ਦੀ ਬਿਮਾਰੀ ਹੈ ਉਹ ਹੋ ਜਾਂਦੀ ਹੈ, ਜਿਸ ਦੇ ਕਾਰਨ ਜੀ ਜੋ ਇਹ ਗੁਰੂ ਸਾਹਿਬ ਨੇ ਇਹ 30 ਮਾਰਚ 1664 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਅਤੇ ਜੋਤੀ ਜੋਤ ਸਮਾਉਣ ਸਮੇਂ ਜੋ ਗੁਰੂ ਸਾਹਿਬ ਹੁੰਦੇ ਆ ਜੀ, ਇਹ ਆਪਣੇ ਉੱਤਰਾਧਿਕਾਰੀ ਸੰਬੰਧੀ ਸ਼ਬਦ ਕਹਿੰਦੇ ਨੇ, ਇਹ ਬੋਲਦੇ ਨੇ ਜੀ ਬਾਬਾ ਬਕਾਲਾ। ਜਿਵੇਂ ਕਿ ਆਪਾਂ ਦੇਖਿਆ ਕਿ ਬਾਕੀ ਜੋ ਸਾਰੇ ਪਹਿਲੇ ਗੁਰੂ ਸਾਹਿਬ ਹੋਏ ਆ ਜੀ 8ਵੇਂ ਗੁਰੂ ਸਾਹਿਬ ਤੱਕ, ਉਹਨਾਂ ਨੇ ਜੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਅਗਲਾ ਗੁਰੂ ਚੁਣ ਲਿਆ ਸੀ। ਪਰ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੁੰਦੇ ਆ ਜੀ, ਇੱਕ ਤਾਂ ਇਹਨਾਂ ਦੀ ਉਮਰ ਇੰਨੀ ਘੱਟ ਹੁੰਦੀ ਹੈ, ਅਤੇ ਇੱਕ ਇਹ ਜੋ ਘਟਨਾ ਹੁੰਦੀ ਹੈ, ਜੋ ਇਹਨਾਂ ਦਾ ਜੋਤੀ ਜੋਤ ਸਮਾਉਣ ਦੀ ਸਾਰੀ ਗੱਲ ਹੁੰਦੀ ਹੈ, ਇਹ ਅਚਾਨਕ ਹੀ ਹੋ ਜਾਂਦੀ ਹੈ। ਅਤੇ ਇਸ ਦੇ ਲਈ ਕੀ ਹੁੰਦਾ ਜੀ ਕਿ ਇਹਨਾਂ ਦਾ ਕੋਈ ਵੀ ਅੱਗੇ ਗੁਰੂ ਚੁਣਨ ਦੀ ਜੋ ਘਟਨਾ ਹੁੰਦੀ ਹੈ ਉਹ ਨਹੀਂ ਵਾਪਰਦੀ। ਉਹ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਬਾਬਾ ਬਕਾਲਾ ਸ਼ਬਦ ਕਹਿੰਦੇ ਨੇ। ਇਸ ਤੋਂ ਬਾਅਦ ਕਿਵੇਂ ਅਗਲੇ ਗੁਰੂ ਸਾਹਿਬ ਚੁਣੇ ਜਾਂਦੇ ਨੇ, ਕਿਵੇਂ ਪਤਾ ਲੱਗਦਾ ਹੈ ਜੀ ਕਿ ਜੋ ਇਹ ਬਾਬਾ ਬਕਾਲਾ ਵਰਡ ਹੈ ਇਹ ਕਿਸ ਗੁਰੂ ਸਾਹਿਬ ਦੇ ਲਈ ਚੁਣਿਆ ਗਿਆ ਹੈ, ਕਿ ਇਹਨਾਂ ਦੇ ਲਈ ਇਹ ਵਰਤਿਆ ਗਿਆ ਹੈ, ਇਹ ਸਭ ਕੁਝ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਾਂਗੇ। ਪਰ ਜੋ ਅਗਲੇ ਗੁਰੂ ਸਾਹਿਬ ਬਣਦੇ ਆ ਜੀ, ਉਹ ਹੁੰਦੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਚੁਣਿਆ ਜਾਂਦਾ ਹੈ, ਇਸ ਦੇ ਬਾਰੇ ਆਪਾਂ ਨੈਕਸਟ ਸਲਾਈਡ ਦੇ ਵਿੱਚ ਜਾਣਦੇ ਹਾਂ। ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਗੁਰੂ ਤੇਗ ਬਹਾਦਰ ਜੀ ਬਾਰੇ, ਜੋ ਸਿੱਖ ਧਰਮ ਦੇ 9ਵੇਂ ਗੁਰੂ ਬਣਦੇ ਨੇ। ਇਹ ਦੇਖਣ ਤੋਂ ਪਹਿਲਾਂ ਕਿ ਗੁਰੂ ਸਾਹਿਬ ਨੂੰ ਕਿਵੇਂ ਚੁਣਿਆ ਜਾਂਦਾ ਹੈ, ਬਾਬਾ ਬਕਾਲਾ ਵਰਡ ਤੋਂ ਬਾਅਦ ਕਿਵੇਂ ਪਤਾ ਲੱਗਦਾ ਹੈ ਜੀ ਕਿ ਗੁਰੂ ਤੇਗ ਬਹਾਦਰ ਜੀ ਹੀ 9ਵੇਂ ਗੁਰੂ ਬਣਨਗੇ, ਉਸ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਜੀ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸੀ, ਉਹਨਾਂ ਦਾ ਬਚਪਨ ਦਾ ਕੀ ਨਾਮ ਸੀ। ਇਹ ਸਭ ਚੀਜ਼ਾਂ ਨੂੰ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ। ਜੋ ਸ਼੍ਰੀ ਗੁਰੂ ਤੇਗ ਬਹਾਦਰ ਆ ਜੀ, ਇਹ 1664 ਈਸਵੀ ਦੇ ਵਿੱਚ ਸਿੱਖ ਧਰਮ ਦੇ 9ਵੇਂ ਗੁਰੂ ਬਣਦੇ ਨੇ। ਜੇਕਰ ਗੱਲ ਕਰੀਏ ਜੀ ਗੁਰੂ ਸਾਹਿਬ ਦੇ ਜਨਮ ਬਾਰੇ, ਤਾਂ ਇਹਨਾਂ ਦਾ ਜਨਮ ਹੁੰਦਾ ਹੈ ਜੀ 1 ਅਪ੍ਰੈਲ 1621 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਪਿਤਾ ਹੁੰਦੇ ਨੇ, ਅਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਹੁੰਦਾ ਹੈ ਨਾਨਕੀ ਜੀ। ਜੇਕਰ ਗੱਲ ਕਰੀਏ ਆਪਾਂ ਜੋ ਤੇਗ ਬਹਾਦਰ ਨਾਮ ਹੈ ਜੀ, ਇਸ ਦਾ ਸ਼ਾਬਦਿਕ ਅਰਥ ਕੀ ਹੁੰਦਾ ਹੈ, ਤਾਂ ਇਸ ਦਾ ਅਰਥ ਹੁੰਦਾ ਹੈ ਜੀ ਤਲਵਾਰ ਦਾ ਧਨੀ, ਯਾਨੀ ਕਿ ਉਹ ਵਿਅਕਤੀ ਜੋ ਤਲਵਾਰ ਚਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਿਰ ਹੋਵੇ। ਜੋ ਗੁਰੂ ਤੇਗ ਬਹਾਦਰ ਜੀ ਹੈ ਜੀ, ਇਹਨਾਂ ਦਾ ਬਚਪਨ ਦਾ ਨਾਮ ਸੀ ਤਿਆਗਮੱਲ। ਠੀਕ ਹੈ ਜੀ, ਬਾਅਦ ਦੇ ਵਿੱਚ ਤੇਗ ਬਹਾਦਰ ਬਣਦਾ, ਪਰ ਬਚਪਨ ਦੇ ਵਿੱਚ ਜੋ ਇਹਨਾਂ ਦਾ ਨਾਮ ਹੁੰਦਾ ਹੈ ਜੀ ਉਹ ਸੀ ਤੇਗਮੱਲ। ਜੋ ਗੁਰੂ ਸਾਹਿਬ ਆ ਜੀ, ਇਹਨਾਂ ਦੇ ਜੋ ਪ੍ਰਮੁੱਖ ਅਧਿਆਪਕ ਸੀ, ਉਹਨਾਂ ਦੇ ਵਿੱਚੋਂ ਇੱਕ ਸੀ ਜੀ ਭਾਈ ਬੁੱਢਾ ਜੀ, ਅਤੇ ਦੂਸਰੇ ਸੀ ਜੀ ਭਾਈ ਗੁਰਦਾਸ ਜੀ। ਨੈਕਸਟ ਸਲਾਈਡ ਦੇ ਵਿੱਚ ਹੁਣ ਆਪਾਂ ਵੇਖਾਂਗੇ ਕਿ ਕਿਵੇਂ ਪਤਾ ਲੱਗਦਾ ਹੈ ਜੀ ਕਿ ਜੋ ਬਾਬਾ ਬਕਾਲਾ ਵਰਡ ਚੁਣਿਆ ਗਿਆ ਹੈ, ਜੋ ਬੋਲਿਆ ਗਿਆ ਹੈ, ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਲਈ ਹੀ ਸੀ। ਜੇਕਰ ਗੱਲ ਕਰੀਏ ਆਪਾਂ ਕਿ ਜੋ ਗੁਰੂ ਸਾਹਿਬ ਜੀ, ਇਹਨਾਂ ਦੀ ਪਤਨੀ ਕੌਣ ਸੀ, ਤੇ ਉਹਨਾਂ ਦਾ ਨਾਮ ਸੀ ਜੀ ਮਾਤਾ ਗੁਜਰੀ ਜੀ। ਅਤੇ ਇਹਨਾਂ ਦਾ ਜੋ ਸਮਕਾਲੀ ਮੁਗਲ ਸ਼ਾਸਕ ਸੀ ਉਹ ਸੀ ਜੀ ਔਰੰਗਜ਼ੇਬ। ਜਦੋਂ ਆਪਾਂ ਨੂੰ ਪਤਾ ਹੈ ਜੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਬਾ ਬਕਾਲਾ ਸ਼ਬਦ ਬੋਲ ਕੇ ਜੋਤੀ ਜੋਤ ਸਮਾ ਜਾਂਦੇ ਨੇ, ਤਾਂ ਉਸ ਤੋਂ ਬਾਅਦ ਇਸ ਟਾਈਪ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਜੀ ਕਿ ਬਹੁਤ ਸਾਰੇ ਦਾਅਵੇਦਾਰ ਹੋ ਜਾਂਦੇ ਨੇ, ਅਤੇ ਉਹ ਆਪਣੇ ਆਪ ਨੂੰ ਜੀ ਅਗਲਾ ਗੁਰੂ ਕਹਿਣ ਲੱਗ ਜਾਂਦੇ ਨੇ। ਉਹ ਇਸ ਟਾਈਪ ਨਾਲ ਸ਼ੋਅ ਕਰਦੇ ਨੇ ਕਿ ਉਹਨਾਂ ਨੂੰ ਹੀ ਗੁਰੂ ਸਾਹਿਬ ਦੇ ਦੁਆਰਾ 9ਵਾਂ ਗੁਰੂ ਚੁਣਿਆ ਗਿਆ ਹੈ। ਇਸੇ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਗੁਰਗੱਦੀ ਲਈ ਇੱਕ ਦਾਅਵੇਦਾਰ ਹੁੰਦਾ ਹੈ, ਜਿਸ ਦਾ ਨਾਮ ਹੁੰਦਾ ਹੈ ਜੀ ਧੀਰਮੱਲ। ਉਸ ਦੇ ਕੋਲੋਂ ਜੋ ਆਦਿ ਗ੍ਰੰਥ ਸਾਹਿਬ ਆ ਜੀ, ਉਸ ਦੀ ਜੋ ਮੂਲ ਰਚਨਾ ਜੀ, ਮੂਲ ਪ੍ਰੀਤੀ ਆ, ਉਹ ਉਸ ਦੇ ਕੋਲੋਂ ਮਿਲਦੀ ਹੈ। ਹੁਣ ਆਪਾਂ ਦੇਖਦੇ ਹਾਂ ਜੀ ਕਿ ਉਹ ਘਟਨਾ ਕੀ ਸੀ ਜਿਸ ਦੇ ਨਾਲ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਹੀ ਅਸਲੀ ਗੁਰੂ ਨੇ। ਇਸ ਸਮੇਂ ਇੱਕ ਵਿਅਕਤੀ ਹੁੰਦਾ ਹੈ ਜੀ, ਇੱਕ ਵਪਾਰੀ ਸੀ, ਜਿਸ ਦਾ ਨਾਮ ਸੀ ਮੱਖਣ ਸ਼ਾਹ ਲੁਬਾਣਾ। ਜੋ ਮੱਖਣ ਸ਼ਾਹ ਲੁਬਾਣਾ ਸੀ ਜੀ, ਇਸ ਨੇ ਕਿਸੇ ਸੰਕਟ ਦੇ ਸਮੇਂ ਦੇ ਵਿੱਚ ਇਹ ਸੁੱਖ ਸੁੱਖੀ ਸੀ ਗੁਰੂ ਸਾਹਿਬ ਕੋਲੋਂ ਕਿ ਜੇਕਰ ਉਹ ਇਸ ਮੁਸੀਬਤ ਦੇ ਵਿੱਚੋਂ ਨਿਕਲ ਜਾਏਗਾ ਤਾਂ ਉਹ ਇਸ ਤੋਂ ਬਾਅਦ ਜੀ 500 ਮੋਹਰਾਂ ਜੋ ਉਹ ਗੁਰੂ ਸਾਹਿਬ ਨੂੰ ਭੇਟ ਕਰੇਗਾ, ਉਹਨਾਂ ਨੂੰ ਉਹ ਚੜਾਵਾ ਚੜਾਏਗਾ। ਪਰ ਜਦੋਂ ਗੁਰੂ ਸਾਹਿਬ ਹਾਲੇ ਉਹਨਾਂ ਦੀ ਚੋਣ ਨਹੀਂ ਹੋਈ ਹੁੰਦੀ, ਪਤਾ ਨਹੀਂ ਹੁੰਦਾ ਕਿ 9ਵਾਂ ਗੁਰੂ ਸਾਹਿਬ ਕੌਣ ਬਣੇਗਾ, ਤਾਂ ਮੱਖਣ ਸ਼ਾਹ ਲੁਬਾਣਾ ਦੇ ਸਾਹਮਣੇ ਵੀ ਇਹ ਇੱਕ ਮੁਸੀਬਤ ਆ ਜਾਂਦੀ ਹੈ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਇੰਨੇ ਜੋ ਵਿਅਕਤੀ ਗੁਰੂ ਹੋਣ ਦਾ ਦਾਅਵਾ ਕਰ ਰਹੇ ਆ, ਉਹਨਾਂ ਦੇ ਵਿੱਚੋਂ ਅਸਲੀ ਗੁਰੂ ਕੌਣ ਹੈ। ਤਾਂ ਮੱਖਣ ਸ਼ਾਹ ਲੁਬਾਣਾ ਜੀ ਇੱਥੇ ਇੱਕ ਤਰਕੀਬ ਸੋਚਦਾ ਹੈ, ਇੱਕ ਰਸਤਾ ਸੋਚਦਾ ਹੈ। ਉਹ ਜਿੰਨੇ ਵੀ ਵਿਅਕਤੀ ਆਪਣੇ ਆਪ ਨੂੰ ਗੁਰੂ ਕਹਿ ਰਹੇ ਹੁੰਦੇ ਨੇ, ਸਭ ਦੇ ਸਾਹਮਣੇ ਜੀ 2-2 ਮੋਹਰਾਂ ਰੱਖ ਕੇ ਉਹ ਮੱਥਾ ਟੇਕਦਾ ਜਾਂਦਾ ਹੈ। ਪਰ ਉਹਨਾਂ ਦੇ ਵਿੱਚੋਂ ਜੋ ਨਕਲੀ ਵਿਅਕਤੀ ਹੁੰਦੇ ਨੇ, ਜੋ ਐਵੇਂ ਢੋਂਗ ਕਰ ਰਹੇ ਹੁੰਦੇ ਨੇ ਗੁਰੂ ਹੋਣ ਦਾ, ਉਹ 2 ਮੋਹਰਾਂ ਲੈ ਕੇ ਜੀ ਖੁਸ਼ ਹੋ ਜਾਂਦੇ ਨੇ। ਉਹਨਾਂ ਦੇ ਅੱਗਿਓਂ ਕੋਈ ਵੀ ਸਵਾਲ ਜਵਾਬ ਨਹੀਂ ਕੀਤਾ ਜਾਂਦਾ। ਪਰ ਜਦੋਂ ਉਹ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 2 ਮੋਹਰਾਂ ਰੱਖ ਕੇ ਮੱਥਾ ਟੇਕਦਾ ਹੈ, ਤਾਂ ਗੁਰੂ ਸਾਹਿਬ ਉਸ ਨੂੰ ਸਵਾਲ ਕਰ ਦਿੰਦੇ ਨੇ ਕਿ ਤੂੰ ਤਾਂ 500 ਮੋਹਰ ਬਾਰੇ ਸੁੱਖਿਆ ਸੀ। ਉਸ ਨੂੰ ਇਸ ਘਟਨਾ ਤੋਂ ਪਤਾ ਲੱਗ ਜਾਂਦਾ ਹੈ ਕਿ ਜੋ ਗੁਰੂ ਸਾਹਿਬ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੀ ਅਸਲੀ ਗੁਰੂ ਨੇ।
ਅਤੇ ਜਦੋਂ ਮੱਖਣ ਸ਼ਾਹ ਲਵਾਣਾ ਨੂੰ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੀ ਅਸਲੀ ਗੁਰੂ ਨੇ ਤਾਂ ਉਹ ਜੀ ਕਮਰੇ ਦੀ ਛੱਤ ਦੇ ਉੱਪਰ ਚੜ੍ਹ ਕੇ ਗੁਰੂ ਲਾਦੋ ਰੇ ਇਸ ਟਾਈਪ ਨਾਲ ਬੋਲਣ ਲੱਗ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਗੁਰੂ ਮਿਲ ਗਿਆ। ਅਸੀਂ ਇਸੇ ਘਟਨਾ ਨਾਲ ਹੀ ਜੋ ਗੁਰੂ ਤੇਗ ਬਹਾਦਰ ਹੈ ਜੀ ਉਹਨਾਂ ਦੀ ਚੋਣ ਹੋ ਜਾਂਦੀ ਹੈ ਅਤੇ ਉਹ 9ਵੇਂ ਗੁਰੂ ਸਾਹਿਬ ਬਣ ਜਾਂਦੇ ਨੇ। ਜੋ ਗੁਰੂ ਤੇਗ ਬਹਾਦਰ ਜੀ ਹੈ ਜੀ ਇਹਨਾਂ ਦੇ ਦੁਆਰਾ ਇੱਕ ਨਗਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਸੀ ਜੀ ਚੱਕ ਨਾਨਕੀ। ਇਸ ਦੇ ਬਾਰੇ ਕਈ ਵਾਰ ਪ੍ਰਸ਼ਨ ਆ ਜਾਂਦੇ ਹੈ। ਜੋ ਚੱਕ ਨਾਨਕੀ ਸੀ ਇਸ ਦੀ ਨੀਂਹ ਰੱਖੀ ਗਈ ਸੀ ਜੀ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਭਾਰਤ ਦੇ ਵੱਖ-ਵੱਖ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ ਗਈਆਂ ਸੀ ਤਾਂ ਕਿ ਜੋ ਸਿੱਖ ਧਰਮ ਹੈ ਜੀ ਇਸ ਦਾ ਪ੍ਰਚਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਦੂਰ ਤੱਕ ਕੀਤਾ ਜਾ ਸਕੇ। ਅਤੇ ਇਹਨਾਂ ਯਾਤਰਾਵਾਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਕੁਝ ਸਿੱਖ ਸਾਥੀ ਵੀ ਮੌਜੂਦ ਸੀ, ਜਿਨ੍ਹਾਂ ਦੇ ਵਿੱਚ ਮੁੱਖ ਆ ਜਾਂਦੇ ਨੇ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ। ਗੁਰੂ ਸਾਹਿਬ ਜੀ ਦੇ ਦੁਆਰਾ ਜੀ ਮਾਲਵਾ ਅਤੇ ਬਾਂਗਰ ਪ੍ਰਦੇਸ਼ ਦੀ ਯਾਤਰਾ ਵੀ ਕੀਤੀ ਗਈ ਸੀ ਅਤੇ ਇਸ ਯਾਤਰਾ ਦੇ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੀ ਪਤਨੀ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਪੁੱਤਰ ਗੋਬਿੰਦ ਰਾਏ ਜੀ ਵੀ ਸ਼ਾਮਿਲ ਸੀ। ਗੁਰੂ ਸਾਹਿਬ ਆਪਣੀਆਂ ਯਾਤਰਾਵਾਂ ਦੇ ਦੌਰਾਨ ਜੀ ਅੰਮ੍ਰਿਤਸਰ ਸਾਹਿਬ ਵੀ ਗਏ ਸੀ ਅਤੇ ਉੱਥੇ ਰੁਕੇ ਸੀ। ਗੁਰੂ ਸਾਹਿਬ ਜੀ ਜਦੋਂ ਅੰਮ੍ਰਿਤਸਰ ਯਾਤਰਾ ਸਮੇਂ ਅਕਾਲ ਤਖਤ ਦੇ ਕੋਲ ਇੱਕ ਰੁੱਖ ਦੇ ਥੱਲੇ ਰੁਕੇ ਸੀ, ਉਸ ਸਥਾਨ ਨੂੰ ਜੀ ਹੁਣ ਗੁਰਦੁਆਰਾ ਥੜਾ ਸਾਹਿਬ ਜਾਂ ਥੜਾ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜਿਵੇਂ ਤੁਸੀਂ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇਹ ਜੋ ਹਰਿਮੰਦਰ ਸਾਹਿਬ ਦੀ ਪਰਿਕਰਮਾ ਹੈ ਜੀ ਉੱਥੇ ਹੀ ਬਣਿਆ ਹੋਇਆ ਹੈ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਸ਼ਬਦ ਸ਼ਾਮਿਲ ਕੀਤੇ ਹੋਏ ਨੇ, ਉਹਨਾਂ ਦੇ ਦੁਆਰਾ ਕਿੰਨੇ ਰਚੇ ਗਏ ਸ਼ਬਦ ਆ ਜਿਨ੍ਹਾਂ ਨੂੰ ਆਦਿ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤਾਂ ਇਹਨਾਂ ਦੀ ਗਿਣਤੀ ਹੈ ਜੀ 116 ਸ਼ਬਦ। ਗੁਰੂ ਸਾਹਿਬ ਜੀ ਦੇ ਸਮੇਂ ਵਿੱਚ ਜੋ ਮੁਗਲ ਹੈ ਜੀ ਇਹ ਵੱਖ-ਵੱਖ ਧਰਮਾਂ ਦੇ ਲੋਕਾਂ ਉੱਪਰ ਬਹੁਤ ਜ਼ਿਆਦਾ ਅਤਿਆਚਾਰ ਕਰ ਰਹੇ ਸੀ ਤਾਂ ਕਿ ਉਹ ਆਪਣਾ ਧਰਮ ਪਰਿਵਰਤਨ ਕਰਕੇ ਮੁਸਲਮਾਨ ਧਰਮ ਦੇ ਵਿੱਚ ਸ਼ਾਮਿਲ ਹੋ ਜਾਣ। ਇਸ ਸਮੇਂ ਕੀ ਹੁੰਦਾ ਹੈ ਜੀ ਕਿ ਜੋ ਕਸ਼ਮੀਰੀ ਪੰਡਤ ਹੁੰਦੇ ਨੇ ਉਹ ਮੁਗਲ ਸੂਬੇਦਾਰ ਇਫਤਿਖਾਰ ਖਾਨ ਦੇ ਅਤਿਆਚਾਰਾਂ ਤੋਂ ਜੀ ਤੰਗ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਪਹੁੰਚਦੇ ਨੇ ਤਾਂ ਕਿ ਉਹਨਾਂ ਦੀ ਕੋਈ ਸਹਾਇਤਾ ਹੋ ਸਕੇ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜੀ ਕਸ਼ਮੀਰੀ ਪੰਡਤ, ਜਿਨ੍ਹਾਂ ਦੇ ਵਿੱਚੋਂ ਮੁੱਖ ਜੋ ਪੰਡਤ ਉਹਨਾਂ ਨੂੰ ਮਿਲਦਾ ਹੈ ਉਸ ਦਾ ਨਾਮ ਹੁੰਦਾ ਹੈ ਜੀ ਕਿਰਪਾ ਰਾਮ, ਉਹ ਮਿਲਦਾ ਹੈ ਗੁਰੂ ਸਾਹਿਬ ਨੂੰ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਉਹ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਜਾਂ ਉਹਨਾਂ ਦੀ ਰੱਖਿਆ ਕਰਨ ਦੇ ਲਈ ਕੁਝ ਕਦਮ ਚੱਕਣ। ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜੋ ਗੁਰੂ ਤੇਗ ਬਹਾਦਰ ਜੀ ਹੁੰਦੇ ਨੇ ਉਹ ਆਪਣੀ ਸ਼ਹੀਦੀ ਪ੍ਰਾਪਤ ਕਰਨਾ, ਆਪਣਾ ਬਲੀਦਾਨ ਦੇਣ ਦੀ ਗੱਲ ਕਰਦੇ ਨੇ ਤਾਂ ਕਿ ਇਹਨਾਂ ਦੀ ਰੱਖਿਆ ਕੀਤੀ ਜਾ ਸਕੇ, ਕਸ਼ਮੀਰੀ ਪੰਡਤਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਜੋ ਔਰੰਗਜ਼ੇਬ ਆ ਉਸ ਦੀ ਸੈਨਾ ਦੇ ਦੁਆਰਾ ਜੋ ਗੁਰੂ ਤੇਗ ਬਹਾਦਰ ਜੀ ਹੈ ਜੀ ਇਹਨਾਂ ਨੂੰ ਦਿੱਲੀ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ। ਇਹਨਾਂ ਨੂੰ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਜੋ ਜੇਲ੍ਹ ਹੁੰਦੀ ਹੈ ਉੱਥੇ ਕੈਦ ਕੀਤਾ ਜਾਂਦਾ ਹੈ ਅਤੇ ਇੱਥੇ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਕੁਝ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਵਿੱਚ ਹੁੰਦੇ ਆ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ, ਇਹਨਾਂ ਨੂੰ ਵੀ ਕੈਦ ਕੀਤਾ ਜਾਂਦਾ ਹੈ ਅਤੇ ਇਹ ਵੀ ਗੁਰੂ ਸਾਹਿਬ ਦੇ ਨਾਲ ਹੀ ਆਪਣੀ ਸ਼ਹੀਦੀ ਦਿੰਦੇ ਨੇ। ਜਿਨ੍ਹਾਂ ਦੇ ਵਿੱਚੋਂ ਜੋ ਭਾਈ ਦਿਆਲਾ ਜੀ ਹੁੰਦਾ ਹੈ ਜੀ ਇਹਨਾਂ ਨੂੰ ਦੁਸ਼ਮਣਾਂ ਦੇ ਦੁਆਰਾ, ਇਹਨਾਂ ਨੂੰ ਮੁਗਲਾਂ ਦੇ ਦੁਆਰਾ ਉਬਲਦੇ ਪਾਣੀ ਦੇ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਉਬਲਦੇ ਪਾਣੀ ਦੀ ਦੇਗ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਜੋ ਤਸੀਹੇ ਆ ਜੀ ਉਹ ਦਿੱਤੇ ਜਾਂਦੇ ਨੇ ਸਿੱਖਾਂ ਨੂੰ ਉਸ ਸਮੇਂ। ਗੁਰੂ ਸਾਹਿਬ ਦੇ ਸਿੱਖ ਸਾਥੀ ਭਾਈ ਮਤੀ ਦਾਸ ਨੂੰ ਜੀ ਆਰੇ ਦੇ ਨਾਲ ਚੀਰ ਕੇ ਮੁਗਲਾਂ ਦੇ ਦੁਆਰਾ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਜੋ ਸਭ ਸ਼ਹੀਦੀਆਂ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀ ਦੇ ਰਹੇ ਹੁੰਦੇ ਨੇ, ਇਹ ਆਪਣੇ ਧਰਮ ਨੂੰ ਪਰਿਵਰਤਨ ਨਾ ਕਰਨ ਕਰਕੇ ਹੀ ਸਾਰੀਆਂ ਇਹ ਸ਼ਹੀਦੀਆਂ ਦਿੰਦੇ ਨੇ, ਕਿਉਂਕਿ ਜੋ ਮੁਗਲ ਹੁੰਦੇ ਨੇ ਉਹ ਧੱਕੇ ਦੇ ਨਾਲ ਲੋਕਾਂ ਦਾ ਜੋ ਧਰਮ ਪਰਿਵਰਤਨ ਆ ਉਹ ਕਰਵਾ ਰਹੇ ਹੁੰਦੇ ਨੇ, ਪਰ ਜੋ ਸਿੱਖ ਹੁੰਦੇ ਨੇ ਜੀ ਇਹ ਆਪਣਾ ਧਰਮ ਨੂੰ ਨਹੀਂ ਛੱਡਣਾ ਚਾਹੁੰਦੇ, ਇਸੇ ਲਈ ਇਹ ਸ਼ਹੀਦੀ ਦੇ ਦਿੰਦੇ ਨੇ। ਗੁਰੂ ਤੇਗ ਬਹਾਦਰ ਜੀ ਨੂੰ ਵੀ ਜੀ 1675 ਈਸਵੀ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਹ ਸਾਰੀਆਂ ਸ਼ਹੀਦੀਆਂ ਜੀ ਇੱਕ ਦੇ ਬਾਅਦ ਇੱਕ ਹੀ ਹੁੰਦੀਆਂ ਨੇ। ਇਸ ਦੇ ਨਾਲ ਕੀ ਹੁੰਦਾ ਹੈ ਜੀ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ, ਉੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿਸ ਦਾ ਨਾਮ ਹੈ ਸ਼ੀਸ਼ਗੰਜ ਸਾਹਿਬ। ਅਤੇ ਗੁਰੂ ਸਾਹਿਬ ਦੇ ਪਵਿੱਤਰ ਧੜ ਨੂੰ ਲੈ ਕੇ ਜਾਣ ਵਾਲਾ ਜੋ ਸਿੱਖ ਸ਼ਰਧਾਲੂ ਹੁੰਦਾ ਹੈ ਜੀ ਉਸ ਦਾ ਨਾਂ ਸੀ ਲੱਖੀ ਸ਼ਾਹ। ਅਤੇ ਜਿਸ ਜਗ੍ਹਾ 'ਤੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਹੈ ਜੀ ਉਸ ਜਗ੍ਹਾ 'ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਹੈ। ਜਿੱਥੇ ਸ਼ਹੀਦ ਕੀਤਾ ਗਿਆ ਸੀ ਜੀ ਉੱਥੇ ਸ਼ੀਸ਼ਗੰਜ ਹੈ ਜੋ ਚਾਂਦਨੀ ਚੌਕ ਦੇ ਵਿੱਚ ਹੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ, ਅਤੇ ਜਿੱਥੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਬਣਿਆ ਹੋਇਆ ਜੀ ਗੁਰਦੁਆਰਾ ਰਕਾਬਗੰਜ। ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜੋ ਅਗਲੇ ਗੁਰੂ ਬਣਦੇ ਨੇ ਜੀ, ਜੋ ਉਹਨਾਂ ਦੇ ਉੱਤਰਾਧਿਕਾਰੀ ਹੁੰਦੇ ਨੇ, ਉਹ ਹੁੰਦੇ ਨੇ ਜੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ।
ਜੋ ਸਿੱਖ ਧਰਮ ਦੇ 10ਵੇਂ ਗੁਰੂ ਬਣਦੇ ਨੇ, ਜਿਨ੍ਹਾਂ ਦੇ ਬਾਰੇ ਜੇ ਆਪਾਂ ਅਗਲੀ ਇੱਕ ਸੈਪਰੇਟ ਵੀਡੀਓ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਦੇ ਬਾਰੇ ਇੱਕ ਕਾਫੀ ਲੰਮੀ ਵੀਡੀਓ ਬਣੇਗੀ, ਇਸ ਲਈ ਜੇ ਉਹਨਾਂ ਨੂੰ ਇਸ ਦੇ ਵਿੱਚ ਆਪਾਂ ਐਡ ਨਹੀਂ ਕੀਤਾ। ਇੱਥੇ ਆਪਣਾ ਜੋ ਅੱਜ ਦਾ ਚੈਪਟਰ ਹੈ ਜੀ ਇਹ ਸਮਾਪਤ ਹੁੰਦਾ ਹੈ। ਮੈਂ ਆਸ ਕਰਦਾ ਜੀ ਕਿ ਤੁਹਾਨੂੰ ਵਧੀਆ ਤਰੀਕੇ ਸਾਰੀ ਗੱਲ ਸਮਝ ਆਈ ਹੋਏਗੀ ਤੇ ਜੋ ਤੁਸੀਂ ਪੜ੍ਹਿਆ ਇਹ ਤੁਹਾਨੂੰ ਐਗਜ਼ਾਮਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੇਗਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ, ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਬਸਕ੍ਰਾਈਬ ਦੇ ਨਾਲ ਬਣੇ ਹੋਏ ਜੀ ਬੈਲ ਆਈਕਨ ਤੇ ਵੀ ਕਲਿੱਕ ਕਰ ਲਿਓ ਤਾਂ ਕਿ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਮਿਲ ਜਾਣ ਤੇ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਸਾਰੀਆਂ ਹੀ ਵੀਡੀਓਜ਼ ਦੇ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਟੈਲੀਗ੍ਰਾਮ ਐਪ ਤੇ ਜ਼ਰੂਰ ਜੁਆਇਨ ਕਰੋ ਜੀ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਤੇ ਪਿਨ ਕਮੈਂਟ ਦੇ ਵਿੱਚ ਮਿਲ ਜਾਏਗਾ। ਜਿੱਥੇ ਤੁਸੀਂ ਕਮੈਂਟ ਕਰਦੇ ਹੋ ਜੀ ਉੱਥੇ ਮੇਰਾ ਕਮੈਂਟ ਕੀਤਾ ਹੋਇਆ ਉਹ ਪਿਨ ਹੋਏਗਾ, ਉਸ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਮਿਲ ਜਾਏਗਾ। ਉਹ ਦੋਨੋਂ ਲਿੰਕਸ ਤੇ ਚਾਹੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਖੋ ਚਾਹੇ ਤੁਸੀਂ ਪਿਨ ਕਮੈਂਟ ਦੇ ਵਿੱਚ ਦੇਖੋ, ਕਿਤੇ ਵੀ ਕਲਿੱਕ ਕਰਕੇ ਤੁਸੀਂ ਜੋ ਆਪਣਾ ਟੈਲੀਗ੍ਰਾਮ ਚੈਨਲ ਹੈ ਜੀ ਉਸ ਨੂੰ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਦੇ ਜੋ PDF ਫਾਈਲ ਆ ਜੀ ਉਹ ਫ੍ਰੀ ਆਫ ਕਾਸਟ ਮਿਲ ਜਾਣਗੇ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ ਬਾਏ ਕਰਮ।